ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਮਨ ਤਨ ਤੇਰਾ ਤਨ ਭੀ ਤੇਰਾ, ਤੂੰ ਠਾਕੁਰ ਸੁਆਮੀ ਪ੍ਰਭ ਮੇਰਾ। ਜਿਉ ਪਿੰਡ ਸਭ ਰਾਸ ਤੁਮਾਰੀ, ਤੇਰਾ ਜ਼ੋਰ ਗੋਪਾਲਾ ਜਿਉ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਮਾਝ ਰਾਗ ਦੇ ਵਿੱਚ ਜੋ ਆਪ ਜੀ ਨੇ ਸਰਵਨ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 106 ਦੇ ਉੱਪਰ ਸਭਾਏਮਾਨ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਇਹ ਸੰਸਾਰ ਦੇ ਜੀਵ ਪ੍ਰਾਣੀ, ਤੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਅੱਗੇ ਬੇਨਤੀ ਕਰਿਆ ਕਰ ਕਿ ਹੇ ਮਾਲਕ ਜੀ, ਇਹ ਤੁਹਾਡਾ ਹੀ ਬਖਸ਼ਿਆ ਹੋਇਆ ਜੀਵਨ ਹੈ। ਜਿਹੜੀ ਜ਼ਿੰਦਗੀ ਮੈਂ ਜੀ ਰਿਹਾ, ਇਹ ਜੀਵਨ ਦਾਨ ਤੁਹਾਡਾ ਹੀ ਦਿੱਤਾ ਹੋਇਆ ਹੈ। ਮੇਰਾ ਕੁਛ ਵੀ ਨਹੀਂ ਹੈ। ਇਹ ਤਨ, ਇਹ ਮਨ, ਇਹ ਜਿੰਦ ਔਰ ਜੋ ਇਹਦੇ ਵਿੱਚ ਰਾਸ ਪੂੰਜੀ ਹੈ, ਭਾਵ ਜੇ ਅੱਖਾਂ ਮਾਲਕ ਨੇ ਦਿੱਤੀਆਂ ਨੇ ਤੇ ਅੱਖਾਂ ਦੇ ਵਿੱਚ ਜੋਤ ਵਾਲਾ ਧਨ ਵੀ ਦਿੱਤਾ ਹੈ। ਜੇ ਕੰਨ ਮਹਾਰਾਜ ਨੇ ਦਿੱਤੇ ਨੇ ਤੇ ਕੰਨਾਂ ਵਿੱਚ ਸੁਣਨ ਵਾਲਾ ਧਨ ਵੀ ਦਿੱਤਾ ਹੈ। ਜੇ ਇਹ ਜ਼ੁਬਾਨ ਦਿੱਤੀ ਹੈ ਤੇ ਬੋਲਣ ਵਾਸਤੇ ਖਜ਼ਾਨਾ ਵੀ ਮਾਲਕ ਨੇ ਦਿੱਤਾ ਹੈ। ਜੇ ਇਹ ਹੱਥ ਪੈਰ ਸਲਾਮਤ ਦਿੱਤੇ ਨੇ ਤਾਂ ਇਹਨਾਂ ਹੱਥਾਂ ਪੈਰਾਂ ਦੇ ਵਿੱਚ ਤਾਕਤ ਵੀ ਪਰਮਾਤਮਾ ਨੇ ਦਿੱਤੀ ਹੈ। ਤੇ ਜੇ ਉਹ ਚਾਹੇ ਸਾਡੇ ਹੱਥਾਂ ਪੈਰਾਂ ਵਿੱਚੋਂ ਦੀ ਆਪਣੀ ਤਾਕਤ ਨੂੰ, ਆਪਣੇ ਬਲ ਨੂੰ ਵਾਪਸ ਲੈ ਸਕਦਾ ਹੈ। ਜੇ ਉਹ ਚਾਹੇ ਤੇ ਸਾਡੇ ਅੱਖਾਂ ਦੀ ਜੋਤ ਨੂੰ ਵਾਪਸ ਲੈ ਸਕਦਾ ਹੈ। ਜੇ ਉਹ ਚਾਹੇ ਤਾਂ ਸਾਡੇ ਬੋਲਣ ਵਾਲੀ ਤਾਕਤ ਨੂੰ ਖਿੱਚ ਸਕਦਾ ਹੈ। ਤੇ ਜਦੋਂ ਉਹਦਾ ਦਿੱਤਾ ਹੋਇਆ ਬਲ ਉਹ ਵਾਪਸ ਲੈ ਲਵੇ ਤੇ ਫਿਰ ਸਾਡੇ ਪੱਲੇ ਕੁਛ ਵੀ ਨਹੀਂ। ਇਹ ਸਰੀਰ ਇੱਕ ਮੁਰਦਾ ਹੈ। ਇਸ ਲਈ ਸਾਨੂੰ ਹਰ ਪਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ।
ਕਿ ਤੁਸੀਂ ਇੰਨਾ ਕੀਮਤੀ ਖਜ਼ਾਨਾ ਮੈਨੂੰ ਜ਼ਿੰਦਗੀ ਵਿੱਚ ਬਖਸ਼ਿਆ, ਪਰ ਮੈਂ ਇਸ ਖਜ਼ਾਨੇ ਨੂੰ ਨਾ ਸਮਝ ਕੇ ਬਾਹਰ ਦੇ ਖਜ਼ਾਨਿਆਂ ਦੀ ਹੀ ਚਿੰਤਾ ਕਰਦਾ ਰਿਹਾ। ਜਿਹੜਾ ਧਨ, ਜਿਹੜੀ ਦੌਲਤ ਤੁਸੀਂ ਮੈਨੂੰ ਦਿੱਤੀ ਹੈ, ਮੈਂ ਇਹਦੀ ਬੇਕਦਰੀ ਕਰ ਦਿੱਤੀ। ਕਈ ਐਸੇ ਨੇ ਜਿਹੜੇ ਦੂਜਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਆ, ਪਰ ਕਈ ਐਸੇ ਨੇ ਜਿਹੜੇ ਆਪਣੀ ਜ਼ਿੰਦਗੀ ਨਾਲ ਆਪ ਹੀ ਖਿਲਵਾੜ ਕਰਦੇ ਨੇ। ਮਾਲਕ ਨੇ ਤਾਂ ਬੜਾ ਸੁੰਦਰ ਸਰੂਪ ਦਿੱਤਾ ਹੈ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਬਾ ਦਿੱਤੀ, ਬੋਲੇ ਤਾਤ। ਮਾਲਕ ਨੇ ਤਾਂ ਬੜੀਆਂ ਬਖਸ਼ਿਸ਼ਾਂ ਦਿੱਤੀਆਂ, ਪਰ ਅਸੀਂ ਹੀ ਉਹਦੀ ਕਦਰ ਨਹੀਂ ਕੀਤੀ। ਅਸੀਂ ਬੇਕਦਰੀ ਕਰਕੇ ਆਪਣੇ ਜੀਵਨ ਦੀ ਤੰਦਰੁਸਤੀ, ਆਪਣੇ ਜੀਵਨ ਦੀ ਹਰਿਆਵਲੀ ਆਪ ਹੀ ਗਵਾ ਬੈਠੇ। ਪਰ ਜਿਨ੍ਹਾਂ ਨੂੰ ਸਮਝ ਹੈ, ਉਹਨਾਂ ਨੇ ਹਰ ਪਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ, ਔਰ ਅਰਦਾਸ ਕਰਨ ਲੱਗਿਆਂ ਵੀ ਇਹੀ ਆਖਿਆ ਕਿ ਮਾਲਕ ਜੀ, ਇਹ ਤਨ ਵੀ ਤੁਹਾਡਾ ਹੈ, ਔਰ ਇਹ ਧਨ ਜੋ ਇਹਦੇ ਵਿੱਚ ਬਖਸ਼ਿਆ, ਇਹ ਰਾਸ ਪੂੰਜੀ, ਇਹ ਵੀ ਤੁਹਾਡੀ ਹੋਈ ਹੈ। ਜਦ ਜੀਵਨ ਹੀ ਤੁਹਾਡਾ ਦਿੱਤਾ ਹੋਇਆ ਹੈ, ਜ਼ਿੰਦਗੀ ਤੁਹਾਡੀ ਦਿੱਤੀ ਹੋਈ ਹੈ, ਤੇ ਫਿਰ ਇਹਦੇ ਵਿੱਚ ਮੈਂ ਹੋਮੇ ਕਿਉਂ ਕਰਾਂ, ਹੰਕਾਰ ਕਿਉਂ ਕਰਾਂ? ਮੇਰਾ ਦੁੱਖ ਦਰਦ ਵੀ ਤੁਸੀਂ ਹੀ ਵੇਖਣਾ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਦ ਨਿੱਕੀ ਖਟਾਨੀ। ਸਾਡਾ ਦੁੱਖ ਸੁਖ ਵੀ ਉਹਨੇ ਹੀ ਸੁਣਨਾ ਜਿਹਨੇ ਸਾਨੂੰ ਇਹ ਜੀਵਨ ਦਿੱਤਾ ਹੈ। ਜਿਹਦੀ ਅਸੀਂ ਜ਼ਿੰਦਗੀ ਦਿੱਤੀ ਹੋਈ ਜੀ ਰਹੇ ਹਾਂ, ਸਾਡਾ ਦੁੱਖ ਦਰਦ ਵੀ ਉਸੇ ਮਾਲਕ ਨੇ ਸੁਣਨਾ, ਪਰ ਭੁਲੇਖਾ ਪੈ ਗਿਆ। ਇਹ ਜੀਵਨ ਅਸੀਂ ਦਿੱਤਾ ਹੋਇਆ ਕਿਹਦਾ ਜਿਉ ਰਹੇ ਹਾਂ, ਪਰ ਸਮਾਜ ਵਿੱਚ ਅਸੀਂ ਜੁੜੇ ਕਿਸ ਦੇ ਨਾਲ ਹੋਏ ਹਾਂ? ਅਸੀਂ ਮੰਗ ਕਿੱਥੋਂ ਰਹੇ ਹਾਂ? ਆਪਣਾ ਦੁੱਖ ਦਰਦ ਅਸੀਂ ਸੁਣਾ ਕਿਹਨੂੰ ਰਹੇ ਹਾਂ? ਅਸਲ ਵਿੱਚ ਜਿਹਨੇ ਸਾਨੂੰ ਜੀਵਨ ਦਿੱਤਾ ਹੈ, ਜਿਹਦੀ ਅਸੀਂ ਜ਼ਿੰਦਗੀ ਦਿੱਤੀ ਹੋਈ ਜੀ ਰਹੇ ਹਾਂ, ਸਾਡਾ ਦੁੱਖ ਸੁੱਖ ਉਹਨੇ ਹੀ ਸੁਣਨਾ ਹੈ। ਜੇ ਹਰ ਇੱਕ ਪ੍ਰਾਣੀ ਨੂੰ ਅਕਾਲ ਪੁਰਖ ਪਰਮੇਸ਼ਵਰ ਦੀ ਸੋਝੀ ਆ ਜਾਏ, ਤੇ ਜਿੰਨੇ ਵੀ ਇਸ ਧਰਤੀ ਦੇ ਉੱਤੇ ਲੋਕ ਧਰਮ ਦੇ ਨਾਮ ਤੇ ਝੂਠੇ ਅਡੰਬਰ ਰਚ ਕੇ ਬੈਠੇ ਆ, ਇਹ ਸਾਰੇ ਦੇ ਸਾਰੇ ਹੀ ਖਤਮ ਹੋ ਜਾਣ। ਕੋਈ ਵੀ ਝੂਠਾ ਅਡੰਬਰ ਰਚ ਕੇ ਸਾਨੂੰ ਕੋਈ ਵੀ ਭੁਲੇਖਾ ਨਾ ਪਾ ਸਕੇ, ਪਰ ਅਸੀਂ ਭਰਮ ਦੇ ਵਿੱਚ ਭਟਕਦੇ ਹੋਏ ਉਹਨਾਂ ਅਧੂਰੀਆਂ ਥਾਵਾਂ ਤੇ ਪਹੁੰਚ ਜਾਂਦੇ ਹਾਂ ਆਪਣਾ ਦੁੱਖ ਦਰਦ ਸੁਣਾਉਣ ਵਾਸਤੇ। ਜਦ ਕਿ ਜਿਹਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਜੀਵਨ ਦਿੱਤਾ ਹੈ, ਉਹਨੇ ਹੀ ਸਾਡਾ ਦੁੱਖ ਦਰਦ ਸੁਣਨਾ ਹੈ। ਸਾਡੀ ਅਰਦਾਸ ਸੁੱਖਾਂ ਦੇ ਦਾਤੇ ਅੱਗੇ ਹੈ, ਤੇ ਸਾਡੇ ਕਾਰਜ ਵੀ ਮਾਲਕ ਨੇ ਹੀ ਰਾਸ ਕਰਨੇ ਆ। ਸੁਖ ਦਾਤਾ ਪੈ ਭੰਜਨੋ, ਤਿਸ ਆਗੇ ਕਰ ਅਰਦਾਸ। ਮਿਹਰ ਕਰੇ ਜਿਸ ਮਿਹਰਵਾਨ, ਤਾਂ ਕਾਰਜ ਆਵੇ ਰਾਸ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਉਹ ਸਾਡੇ ਦਰਦ ਨੂੰ ਨਿਵਾਰਨ ਵਾਲਾ ਹੈ, ਸਾਡੇ ਦੁੱਖ ਦੀ ਨਿਵਰਤੀ ਕਰਨ ਵਾਲਾ ਹੈ। ਪਰ ਜੇ ਅਸੀਂ ਉਸ ਮਾਲਕ ਨਾਲ ਜੁੜ ਕੇ ਉਹਦਾ ਸ਼ੁਕਰਾਨਾ ਕਰਕੇ ਆਖਾਂਗੇ ਕਿ ਮਾਲਕ ਜੀ, ਇਹ ਮਨ, ਇਹ ਤਨ ਔਰ ਇਹ ਜਿਹੜਾ ਧਨ ਹੈ, ਇਹ ਤੁਹਾਡਾ ਹੀ ਬਖਸ਼ਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਇਹ ਆਪਣੇ ਅੰਦਰ ਭਾਵਨਾ ਬਣਾ ਕੇ
ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜੋ। ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸੁਆਮੀ ਪ੍ਰਭ ਮੇਰਾ। हे ਅਕਾਲ ਪੁਰਖ ਵਾਹਿਗੁਰੂ ਜੀ, ਤੂੰ ਹੀ ਮੇਰਾ ਠਾਕੁਰ ਮਾਲਕ ਹੈ, ਤੂੰ ਹੀ ਮੇਰਾ ਸੁਆਮੀ ਹੈ। ਕਿਉਂਕਿ ਇਹ ਮਨ ਵੀ ਤੁਹਾਡਾ ਹੀ ਦਿੱਤਾ ਹੈ ਤੇ ਤਨ ਵੀ, ਔਰ ਇਸ ਮਨ ਔਰ ਧਨ ਦੇ ਵਿੱਚ ਜਿਹੜਾ ਧਨ ਹੈ, ਇਹ ਧਨ ਵੀ ਤੁਹਾਡਾ ਹੀ ਦਿੱਤਾ ਹੋਇਆ ਹੈ। ਫਿਰ ਸਮਝ ਲੈਣਾ ਕਿ ਜੋ ਮਾਲਕ ਨੇ ਸਾਨੂੰ ਸਾਬਤ ਸੂਰਤ ਸਰੂਪ ਬਖਸ਼ਿਆ, ਸਾਡੇ ਨੱਕ ਕੰਨ ਹੱਥ ਪੈਰ ਸਹੀ ਸਲਾਮਤ ਸਾਨੂੰ ਦਿੱਤੇ ਆ, ਤੇ ਇਹ ਬੜਾ ਕੀਮਤੀ ਧਨ ਸਾਨੂੰ ਮਾਲਕ ਨੇ ਬਖਸ਼ਿਆ। ਲੋਕ ਹਜ਼ਾਰਾਂ ਲੱਖਾਂ ਕਰੋੜਾਂ ਦਾ ਧਨ ਖਰਚਣ ਵਾਸਤੇ ਤਿਆਰ ਨੇ। ਕਈਆਂ ਦੇ ਪਰਿਵਾਰ ਦੇ ਵਿੱਚ ਬੱਚਿਆਂ ਦੀ ਸਰੀਰਕ ਹਾਲਤ ਇਸ ਤਰ੍ਹਾਂ ਦੀ ਹੈ ਕਿ ਉਹ ਆਪ ਕਹਿੰਦੇ ਆ ਵੀ ਸਾਡੇ ਕੋਲੋਂ ਕੋਈ ਲੱਖਾਂ ਰੁਪਈਆ ਲੈ ਲਵੇ, ਪਰ ਸਾਡੇ ਇਸ ਬੱਚੇ ਨੂੰ ਤੰਦਰੁਸਤ ਕਰ ਦੇਵੇ। ਜਿਹੜਾ ਚੱਲ ਨਹੀਂ ਸਕਦਾ ਇਹ ਚੱਲਣ ਲੱਗ ਜਾਏ, ਜਿਹੜਾ ਬੋਲ ਨਹੀਂ ਸਕਦਾ ਇਹ ਬੋਲਣ ਲੱਗ ਜਾਏ, ਜਿਹੜਾ ਦੇਖ ਨਹੀਂ ਸਕਦਾ ਇਹ ਦੇਖਣ ਲੱਗ ਜਾਏ। ਅਸੀਂ ਜਿੰਨਾ ਧਨ ਕੋਈ ਕਹੇਗਾ ਖਰਚਣ ਲਈ ਤਿਆਰ ਹਾਂ। ਇਹਦਾ ਮਤਲਬ ਕਿ ਜਿਹੜਾ ਪਰਮੇਸ਼ਵਰ ਨੇ ਸਾਨੂੰ ਧਨ ਦਿੱਤਾ ਹੈ, ਉਹਦਾ ਤਾਂ ਅਸੀਂ ਮੁੱਲ ਵੀ ਨਹੀਂ ਪਾ ਸਕਦੇ ਤੇ ਨਾ ਉਹਦਾ ਅਸੀਂ ਮੁੱਲ ਦੇ ਸਕਦੇ ਹਾਂ। ਪਰ ਜੇ ਸਮਝ ਹੋਏਗੀ ਤਾਂ, ਨਹੀਂ ਤੇ ਬੇਕਦਰੀ ਤਾਂ ਹੈ। ਅਸੀਂ ਇਸ ਸਰੀਰ ਦੇ ਨਾਲ, ਆਪਣੀ ਜ਼ਿੰਦਗੀ ਨਾਲ ਆਪ ਹੀ ਖਿਲਵਾੜ ਕਰ ਰਹੇ ਹਾਂ। ਪਰ ਸਾਹਿਬ ਜੀ ਕਹਿੰਦੇ ਉਸ ਮਾਲਕ ਅੱਗੇ ਬੇਨਤੀ ਕਰੋ ਕਿ ਮਨ ਤਨ ਔਰ ਧਨ, हे ਵਾਹਿਗੁਰੂ ਜੀ, ਇਹ ਤੁਹਾਡਾ ਦਿੱਤਾ ਹੈ। ਤੂੰ ਠਾਕੁਰ ਸੁਆਮੀ ਪ੍ਰਭ ਮੇਰਾ, ਮੇਰਾ ਤੂੰ ਹੀ ਪ੍ਰਭੂ ਹੈ, ਸੁਆਮੀ ਹੈ, ਠਾਕੁਰ ਹੈ। ਜਿਉ ਪਿੰਡ ਸਭ ਰਾਸ ਤੁਮਾਰੀ, ਤੇਰਾ ਜੋਰ ਗੋਪਾਲਾ ਜਿਉ। ਗੋਪਾਲਾ ਸਾਰਿਆਂ ਦੀ ਪਾਲਣਾ ਕਰਨ ਵਾਲਾ, हे ਪਾਲਣਹਾਰ ਸੁਆਮੀ ਜੀ, ਪਾਲਣਹਾਰ ਵਾਹਿਗੁਰੂ ਜੀ, ਇਹ ਜੋ ਪਿੰਡ ਤੁਸੀਂ ਸਾਜਿਆ ਹੈ, ਸਵਾਰਿਆ ਹੈ, ਸ਼ਿੰਗਾਰਿਆ ਹੈ, ਪੰਜ ਤੱਤ ਇਕੱਠੇ ਕਰਕੇ ਜੋ ਤੁਸੀਂ ਇਸ ਪਿੰਡ, ਪਿੰਡ ਦਾ ਅਰਥ ਹੈ ਪਿੰਡਾ, ਪਿੰਡਾਂ ਦਾ ਭਾਵ ਇਹ ਸਾਡਾ ਸਰੀਰ, ਸਾਡੀ ਬਾਡੀ, ਇਹ ਪੰਜ ਤੱਤਾਂ ਦੀ ਤੁਸੀਂ ਸਾਜ ਕੇ ਢਾਂਚਾ ਬਣਾ ਕੇ ਇਹਦੇ ਅੰਦਰ ਤੁਸੀਂ ਜਿੰਦ ਨੂੰ ਰੱਖਿਆ ਹੈ। ਇਹ ਜਿੰਦ ਵੀ ਤੁਹਾਡੀ ਤੇ ਪਿੰਡ ਵੀ ਤੁਹਾਡਾ ਹੈ। ਅਰਦਾਸ ਕਰਨ ਲੱਗਿਆਂ ਸਾਡੇ ਅੰਦਰ ਮੈਂ ਹੋਣੀ ਨਹੀਂ ਚਾਹੀਦੀ, ਹਉਮੈ ਹੰਕਾਰ ਸਾਡੇ ਅੰਦਰ ਹੋਣਾ ਹੀ ਨਹੀਂ ਚਾਹੀਦਾ। ਅਰਦਾਸ ਕਰਨ ਲੱਗਿਆਂ ਵੀ ਇਹੀ ਕਬੂਲਣਾ ਹੈ, ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਵਾਹਿਗੁਰੂ ਜੀ, ਮੇਰੀ ਤਾਂ ਅਰਦਾਸ ਹੈ, ਪਰ ਇਹ ਜਿੰਦ ਔਰ ਪਿੰਡ ਇਹ ਤੁਹਾਡਾ ਹੀ ਦਿੱਤਾ ਹੋਇਆ ਹੈ। ਮੈਂ ਤੇ ਕੇਵਲ ਅਰਜ਼ੋਈ ਕਰ ਰਿਹਾ, ਬੇਨਤੀ ਕਰ ਰਿਹਾ, ਪਰ ਇਹ ਜੀਵਨ ਤੁਹਾਡਾ ਹੀ ਬਖਸ਼ਿਆ ਹੋਇਆ ਹੈ। ਤੇ ਜਿਹੜਾ ਜੀਵਨ ਤੁਹਾਡਾ ਬਖਸ਼ਿਆ ਹੈ, ਇਹਦਾ ਕੋਈ ਨਾਮ ਨਹੀਂ ਹੈ। ਠੀਕ ਹੈ, ਸਮਾਜ ਵਿੱਚ ਪਛਾਣ ਬਣਾਉਣ ਵਾਸਤੇ ਮਾਪਿਆਂ ਨੇ ਸਾਡਾ ਨਾਮ ਇੱਕ ਰੱਖ ਦਿੱਤਾ, ਉਹ ਦੁਨੀਆ ਵਿੱਚ ਪਛਾਣ ਪੱਤਰ ਬਣਾਉਣ ਵਾਸਤੇ, ਪਰ ਜਦੋਂ ਤੁਹਾਡੇ ਸਨਮੁਖ ਖਲੋਗੇ ਤੇ ਸਾਡਾ ਕੋਈ ਨਾਮ ਨਹੀਂ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਤੇ ਦੂਜੇ ਪਾਸੇ ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਇਹ ਸਭ ਤੁਹਾਡੀਆਂ ਹੀ ਬਖਸ਼ਿਸ਼ਾਂ, ਤੁਹਾਡੀਆਂ ਹੀ ਵਡਿਆਈਆਂ ਨੇ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਜੀਓ ਪਿੰਡ ਸਭ ਰਾਸ ਤੁਮਾਰੀ। ਇਹ ਜਿਹੜੀ ਪੂੰਜੀ ਦਿੱਤੀ ਹੈ ਮਾਲਕ ਨੇ, ਸਾਨੂੰ ਬਾਹਰ ਦੀ ਪੂੰਜੀ ਦਾ ਫਿਕਰ ਹੈ, ਉਹਦੀ ਚਿੰਤਾ ਹੈ ਕਿ ਇਸ ਪੂੰਜੀ ਨੂੰ ਕਿਵੇਂ ਵਧਾਉਣਾ ਹੈ। ਜ਼ੋਰ ਲੱਗਾ ਹੋਇਆ ਦਿਨ ਰਾਤ, ਅਸੀਂ ਬਾਹਰ ਦੀ ਪੂੰਜੀ ਇਕੱਠੀ ਕਰਨ ਵਿੱਚ ਲੱਗੇ ਹੋਏ ਹਾਂ, ਤੇ ਜਿਹੜੀ ਮਾਲਕ ਨੇ ਪੂੰਜੀ ਦਿੱਤੀ ਹੈ ਸਾਨੂੰ, ਉਹ ਅਸੀਂ ਆਪਣੇ ਜੀਵਨ ਵਿੱਚੋਂ ਦੀ ਖੁੰਝਾ ਰਹੇ ਹਾਂ। ਸਾਨੂੰ ਮਾਲਕ ਨੇ, ਫਿਰ ਬੇਨਤੀ ਕਰਾਂ, ਇਹ ਧਨ ਵੀ ਹੈ, ਇਹ ਪੂੰਜੀ ਵੀ ਹੈ ਸਾਡੀ। ਜਿਹੜੇ ਸਵਾਸ ਮਾਲਕ ਨੇ ਜੀਵਨ ਵਿੱਚ ਸਾਨੂੰ ਚਲਾਉਣ ਵਾਸਤੇ ਦਿੱਤੇ ਨੇ, ਇਹ ਸਾਡੀ ਸਭ ਤੋਂ ਕੀਮਤੀ ਪੂੰਜੀ ਹੈ, ਜਿਹੜੀ ਪਰਮੇਸ਼ਵਰ ਦੇ ਨਾਮ ਭਜਨ ਬੰਦਗੀ ਤੋਂ ਬਿਨਾਂ ਅਜਾਈ ਹੀ ਜਾ ਰਹੀ ਹੈ। ਤਾਈ ਤੇ ਮਹਾਰਾਜ ਨੇ ਆਖਿਆ ਸੀ, ਇੰਨਾ ਕੀਮਤੀ ਜਨਮ ਤੇਰਾ, ਪਰ ਨਾ ਸਮਝ ਹੋਣ ਕਰਕੇ ਰਹਿਣ ਗਵਾਈ ਸੋਏ ਕੈ। ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ, ਬਦਲੇ ਜਾਏ। ਪਤਾ ਨਹੀਂ ਸੀ ਇਹ ਕਿੰਨੀ ਕੀਮਤੀ ਪੂੰਜੀ ਹੈ। ਜਦੋਂ ਇਹ ਪੂੰਜੀ ਸਮਾਪਤ ਹੋ ਜਾਏ, ਉਦੋਂ ਵੀ ਅਸੀਂ ਕਹਿੰਦੇ ਹਾਂ ਵੀ ਸਾਡੇ ਕੋਲੋਂ ਲੱਖਾਂ ਤੁਸੀਂ ਰੁਪਈਏ ਲੈ ਲਓ, ਪਰ ਆਹ ਜਿਹੜਾ ਸਾਡਾ ਬੰਦਾ, ਸਾਡਾ ਪ੍ਰਾਣੀ ਹੈ, ਇਹਨੂੰ ਜਿਉਂਦਾ ਕਰ ਦਿਓ। ਪਰ ਉੱਥੇ ਬਾਹਰ ਦੀ ਪੂੰਜੀ ਖਰਚ ਕੇ ਵੀ ਜਿਹੜੀ ਮਾਲਕ ਨੇ ਪੂੰਜੀ ਦਿੱਤੀ ਸੀ, ਉਹ ਦੁਬਾਰਾ ਨਹੀਂ ਲਈ ਜਾ ਸਕਦੀ। ਇਸ ਲਈ ਜਿਹੜੀ ਸਾਨੂੰ ਸਵਾਸਾਂ ਰੂਪੀ ਪੂੰਜੀ ਮਾਲਕ ਨੇ ਦਿੱਤੀ ਹੈ, ਇਹਨੂੰ ਸੰਭਾਲੀਏ, ਇਹਦੀ ਕਦਰ ਕਰੀਏ, ਔਰ ਹਰ ਸਾਹ ਵਿੱਚ ਉਸ ਮਾਲਕ ਨੂੰ ਚੇਤੇ ਕਰੀਏ। ਮਾੜੀ ਸੰਗਤ ਛੱਡ ਕੇ, ਮਾੜੀਆਂ ਆਦਤਾਂ ਛੱਡ ਕੇ, ਮਾੜੀ ਸੋਚ ਛੱਡ ਕੇ। ਹੇ ਵਾਹਿਗੁਰੂ ਜੀ, ਇਹ ਜੀਓ ਜਿੰਦ ਵੀ ਤੁਹਾਡਾ ਦਿੱਤੀ ਹੋਈ ਹੈ, ਪਿੰਡ ਵੀ ਤੁਹਾਡਾ ਹੈ, ਔਰ ਇਹਦੇ ਵਿੱਚ ਜਿਹੜੀ ਰਾਸ ਪੂੰਜੀ ਹੈ ਇਹ ਵੀ ਤੁਹਾਡੀ ਹੋਈ ਹੈ, ਔਰ ਇਹਦੇ ਵਿੱਚ ਜਿਹੜਾ ਜ਼ੋਰ ਹੈ, ਬਲ ਹੈ, ਇਹ ਵੀ ਤੁਹਾਡਾ ਹੈ। ਹੇ ਪਾਲਣਹਾਰ ਵਾਹਿਗੁਰੂ ਜੀ, ਤਨ ਮਨ ਧਨ ਜੀਓ ਪਿੰਡ ਰਾਸ ਪੂੰਜੀ, ਇਹ ਸਭ ਕੁਝ ਤੁਹਾਡਾ ਹੀ ਦਿੱਤਾ ਹੋਇਆ ਹੈ। ਸਦਾ ਸਦਾ ਤੂੰ ਹੈ ਸੁਖਦਾਈ, ਨਿਵ ਨਿਵ ਲਾਗਾ ਤੇਰੀ ਪਾਈ। ਕਾਰ ਕਮਾਵਾ ਜੇ ਤੁਧ ਪਾਵਾ, ਜਾ ਤੂੰ ਦੇਹ ਦਿਆਲਾ ਜੀਓ। ਹੇ ਵਾਹਿਗੁਰੂ ਜੀ, ਜਿੱਥੇ ਇਹ ਧਨ, ਇਹ ਰਾਸ ਪੂੰਜੀ ਤੁਸੀਂ ਸਾਨੂੰ ਦਿੱਤੀ ਹੈ, ਮਨੁੱਖਾ ਜਨਮ ਸਵਾਰ ਕੇ ਸਾਨੂੰ ਦਿੱਤਾ ਹੈ, ਉੱਥੇ ਤੁਸੀਂ ਹੀ ਸੁੱਖਾਂ ਦੇ ਦਾਤੇ ਹੋ, ਸੁਖਦਾਈ ਹੋ। ਔਰ ਹਰ ਸਮੇਂ, ਇਹ ਨਹੀਂ ਕਿ ਕਦੇ ਕਦੇ, ਤੁਸੀਂ ਹੀ ਸੁਖਦਾਈ, ਸੁਖ ਦੀਆਂ ਦਾਤਾਂ ਦੇਣ ਵਾਲੇ ਹੋ। ਮਨੁੱਖ ਭਟਕ ਗਿਆ, ਭਰਮ ਦੇ ਵਿੱਚ ਪੈ ਗਿਆ। ਪਹਿਲੇ ਤੇ ਜਿਹੜੀ ਇਹਨੂੰ ਪੂੰਜੀ ਮਾਲਕ ਨੇ ਦਿੱਤੀ ਸੀ, ਉਹਦੀ ਸਮਝ ਨਾ ਆਈ। ਜਿਹੜਾ ਧਨ ਮਨੁੱਖਾ ਜਨਮ ਵਿੱਚ ਬਖਸ਼ਿਆ, ਉਹਦੀ ਸਮਝ ਨਾ ਆਈ। ਬਾਹਰ ਦੇ ਧਨ ਪਿੱਛੇ ਇਨਸਾਨ ਨੇ ਕੀ ਕੁਝ ਨਹੀਂ ਕੀਤਾ, ਕਿਸ ਹੱਦ ਤੱਕ ਵੀ ਜਿਹੜਾ ਇਹ ਨਹੀਂ ਗਿਰਿਆ, ਹਰ ਹੱਦ ਤੱਕ ਇਨਸਾਨ ਗਿਰ ਗਿਆ। ਕੇਵਲ ਬਾਹਰ ਦੇ ਧਨ ਨੂੰ ਇਕੱਤਰ ਕਰਨ ਵਾਸਤੇ। ਤੇ ਜਿਹੜਾ ਮਾਲਕ ਨੇ ਧਨ ਦਿੱਤਾ ਸੀ, ਉਹ ਆਪਣੇ ਕੋਲੋਂ ਦੀ ਖੁੰਝਾ ਬੈਠਾ। ਇਸ ਲਈ ਮਾਲਕ ਜੀ, ਇਹ ਸਭ ਤੁਹਾਡਾ ਦਿੱਤਾ ਹੈ, ਤੇ ਸਦਾ ਸਦਾ ਤੂੰ ਹੈ ਸੁਖਦਾਈ, ਤੇ ਸਦਾ ਤੁਸੀਂ ਹੀ ਸੁਖਦਾਈ ਹੋ, ਸੁੱਖਾਂ ਦੇ ਦਾਤਾ ਹੋ। ਪਰ ਇਨਸਾਨ ਫਿਰ ਇੱਥੇ ਭਟਕ ਕੇ ਹੋਰ ਥਾਵਾਂ ਤੇ ਚਲਾ ਗਿਆ। ਉਹਨੂੰ ਇਹ ਭੁਲੇਖਾ ਪੈ ਗਿਆ ਕਿ ਜਿਹੜਾ ਪੂਰਬ ਵਾਲੇ ਪਾਸੇ ਨੂੰ ਬੈਠਾ ਹੈ, ਉਹ ਸੁੱਖਾਂ ਦਾ ਦਾਤਾ ਹੈ। ਕਿਸੇ ਨੇ ਆਖਿਆ ਵੀ ਨਹੀਂ, ਉਹ ਪੱਛਮ ਵਾਲੇ ਪਾਸੇ ਬੈਠਾ, ਉਹ ਦਾਤਾ ਹੈ। ਕਿਸੇ ਨੇ ਆਖਿਆ ਉੱਤਰ ਵਾਲੇ ਪਾਸੇ ਨੂੰ, ਕਿਸੇ ਨੇ ਦੱਖਣ ਵਾਲੇ। ਬਸ ਚਾਰੇ ਪਾਸੇ ਘੁੰਮਣ ਘੇਰੀ ਵਿੱਚ ਹੀ ਫਸੇ ਰਹੇ।
ਸਤਿਗੁਰੂ ਮਹਾਰਾਜ ਜੀ ਸਾਨੂੰ ਸਮਝਾਉਂਦੇ ਆ, ਕਿਉਂਕਿ ਗੁਰੂ ਸਾਹਿਬ ਜੀ ਨੂੰ ਤਿਲ ਜਿੰਨੀ ਤਮਾ ਨਹੀਂ ਹੈ। ਜੇ ਸਾਨੂੰ ਨਿਰੰਕਾਰ ਨਾਲ ਜੋੜਦੇ ਆ, ਸਾਨੂੰ ਸਾਡੀ ਜੀਵਨ ਦੀ ਸੋਝੀ ਕਰਾਉਂਦੇ ਆ, ਤੇ ਇਹ ਸਾਡੇ ਭਲੇ ਵਾਸਤੇ, ਇਹਦੇ ਵਿੱਚ ਗੁਰੂ ਸਾਹਿਬ ਦਾ ਭਲਾ ਨਹੀਂ, ਸਾਡਾ ਭਲਾ ਹੈ। ਅਸੀਂ ਭੁੱਲੇ ਹੋਏ ਆ, ਭਟਕੇ ਹੋਏ ਆ, ਤੇ ਸਾਨੂੰ ਭੁੱਲਿਆਂ ਨੂੰ ਭਟਕਿਆਂ ਨੂੰ ਮਾਰਗ ਦਰਸ਼ਨ ਗੁਰਬਾਣੀ ਦੇ ਰਾਹੀਂ ਕਰਵਾਉਂਦੇ ਆ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਵੀ ਉਹ ਸੁੱਖਾਂ ਦਾ ਦਾਤਾ ਇੱਕੋ ਹੀ ਹੈ। ਉਹਦੇ ਚਰਨਾਂ ਦੇ ਵਿੱਚ ਨਿਵ ਨਿਵ ਕੇ, ਭਾਵ ਨਿਮਰਤਾ ਵਿੱਚ ਵਾਹਿਗੁਰੂ ਦੇ ਚਰਨਾਂ ਵਿੱਚ ਆ ਕੇ ਜੁੜਿਆ ਕਰੋ ਔਰ ਬੇਨਤੀ ਕਰਿਆ ਕਰੋ ਕਿ ਮਾਲਕ ਜੀ ਤੂੰ ਹੀ ਸੁਖਦਾਈ ਹੈ, ਤੂੰ ਹੀ ਸੁੱਖਾਂ ਦਾ ਦਾਤਾ ਹੈ। ਨਿਵ ਨਿਵ ਲਾਗਾਂ ਤੇਰੀ ਪਾਈ, ਮੈਂ ਨਿਵ ਨਿਵ ਕੇ ਤੁਹਾਡੇ ਚਰਨੀ ਆ ਕੇ ਲੱਗਦਾ, ਤੁਹਾਡੇ ਚਰਨੀ ਆ ਕੇ ਪੈਣਾ। ਨਿਵ ਨਿਵ ਦਾ ਮਤਲਬ ਹੈ ਨਿਮਰਤਾ ਵਿੱਚ। ਮੈਂ ਆਪਣੇ ਅੰਦਰ ਕੋਈ ਮਾਣ, ਕੋਈ ਹੰਕਾਰ ਰੱਖ ਕੇ ਨਹੀਂ ਆਇਆ, ਮੈਂ ਤੁਹਾਡੇ ਚਰਨਾਂ ਦੇ ਵਿੱਚ ਨਿਵ ਕੇ ਆਇਆ ਹਾਂ। ਤੇ ਜਿੰਨਾ ਅਸੀਂ ਨਿਵ ਕੇ, ਭਾਵ ਨਿਮਰਤਾ ਵਿੱਚ ਵਾਹਿਗੁਰੂ ਜੀ ਦੇ ਘਰ ਆਵਾਂਗੇ, ਉਨੀਆਂ ਹੀ ਬਖਸ਼ਿਸ਼ਾਂ ਮਾਲਕ ਨੇ ਸਾਡੀ ਝੋਲੀ ਵਿੱਚ ਪਾਉਣੀਆਂ। ਤੇ ਜਿੰਨਾ ਅਸੀਂ ਆਕੜ ਕੇ ਹੰਕਾਰ ਦੇ ਨਾਲ ਭਰੇ ਆਵਾਂਗੇ, ਉਨਾ ਹੀ ਸਾਡਾ ਭਾਂਡਾ ਖਾਲੀ ਰਹਿ ਜਾਣਾ ਹੈ। ਜਿੰਨੇ ਕਦਮ ਹੰਕਾਰ ਦੇ ਵਿੱਚ ਤੁਰਾਂਗੇ, ਦੁੱਖ ਹੀ ਮਿਲਣਾ ਹੈ। ਤੇ ਜਿੰਨਾ ਅਸੀਂ ਉਹਦੇ ਹੁਕਮ ਵਿੱਚ, ਉਹਦੇ ਹੁਕਮ ਅੱਗੇ ਨਿਭ ਕੇ ਚੱਲਾਂਗੇ, ਉਨਾ ਹੀ ਅਸੀਂ ਸੁਖੀ ਹੋਵਾਂਗੇ। ਕਿਉਂਕਿ ਹਉਮੈ ਇੱਕ ਕੰਡਾ ਹੈ ਜਿਹੜਾ ਪੈਰ ਵਿੱਚ ਚੁੱਭ ਗਿਆ, ਜਿੰਨੇ ਕਦਮ ਤੁਰੋਗੇ ਉਹ ਚੁੱਭੇਗਾ, ਜਿਵੇਂ ਜਿਵੇਂ ਚੁੱਭੇਗਾ ਤਿਵੇਂ ਤਿਵੇਂ ਦੁੱਖ ਦੇਗਾ। ਪਰ ਅਸੀਂ ਜਦੋਂ ਚੱਲਣਾ ਤੇ ਹਉਮੈ ਦੇ ਕੰਡੇ ਨੂੰ ਕੱਢ ਕੇ ਚੱਲਾਂਗੇ ਤਾਂ ਸਾਡਾ ਜੀਵਨ ਸੁਖਦਾਈ ਹੋ ਜਾਏਗਾ। ਸਭ ਕਹਿੰਦੇ ਜਿਨ੍ਹਾਂ ਅੰਦਰ ਤਿੰਨ ਅੰਤਰ ਹਉਮੈ ਕੰਡਾ ਹੈ, ਜਿਨ੍ਹਾਂ ਦੇ ਅੰਦਰ ਹਉਮੈ ਦਾ ਕੰਡਾ ਹੁੰਦਾ ਹੈ, ਜਿਉਂ ਜਿਉਂ ਚੱਲਹਿ ਚੁੱਭਹਿ ਦੁੱਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੈ। ਉਹ ਜਿਉਂ ਜਿਉਂ ਚੱਲਦੇ ਨੇ ਤਿਵੇਂ ਤਿਵੇਂ ਹਉਮੈ ਦਾ ਕੰਡਾ ਚੁੱਭਦਾ ਹੈ, ਤੇ ਜਿਵੇਂ ਜਿਵੇਂ ਚੁੱਭਦਾ ਹੈ ਤਿਵੇਂ ਤਿਵੇਂ ਉਹ ਦੁੱਖ ਪਾਉਂਦੇ ਨੇ। ਪਰ ਜਿਹੜਾ ਨਿਭ ਕੇ ਆਇਆ ਵਾਹਿਗੁਰੂ ਜੀ ਦੇ ਘਰ ਵਿੱਚ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ, ਉਹਨਾਂ ਨੇ ਫਿਰ ਆ ਕੇ ਸੁੱਖ ਪਾ ਲਿਆ। ਜਿਹਦਾ ਦਿੱਤਾ ਹੋਇਆ ਜੀਵਨ ਅਸੀਂ ਜੀ ਰਹੇ ਹਾਂ, ਉਹਦੇ ਹੁਕਮ ਵਿੱਚ ਚੱਲਣਾ ਪੈਣਾ ਹੈ, ਉਹਦੇ ਭਾਣੇ ਦੇ ਵਿੱਚ ਚੱਲਣਾ ਪੈਣਾ, ਉਹਦੀ ਰਜ਼ਾ ਦੇ ਵਿੱਚ ਰਾਜ਼ੀ ਹੋ ਕੇ ਚੱਲਣਾ ਪੈਣਾ, ਤਾਂ ਸਾਡਾ ਜੀਵਨ ਸੁਖਦਾਈ ਹੋਣਾ ਹੈ। ਹੇ ਵਾਹਿਗੁਰੂ ਜੀ, ਤੁਸੀਂ ਸਦਾ ਸੁਖਦਾਈ ਹੋ, ਤੇ ਮੈਂ ਨਿਵ ਨਿਵ ਕੇ ਤੁਹਾਡੇ ਚਰਨੀ ਆ ਕੇ ਪੈਂਦਾ ਹਾਂ। ਕਾਰ ਕਮਾਵਾਂ ਜੇ ਤੁਧ ਭਾਵਾਂ, ਮੈਂ ਉਹੀ ਕੁਝ ਕਮਾਵਾਂਗਾ ਜੋ ਤੁਹਾਨੂੰ ਪਾਉਂਦਾ ਹੈ। ਜਾ ਤੂੰ ਦੇਹ ਦਿਆਲਾ ਜੀਓ, ਤੇ ਜੋ ਤੁਸੀਂ ਮੈਨੂੰ ਦਿਓਗੇ ਬਖਸ਼ਿਸ਼, ਮੈਂ ਉਹਦੇ ਵਿੱਚ ਹੀ ਰਾਜ਼ੀ ਰਵਾਂਗਾ। ਜੋ ਤੁਸੀਂ ਹੁਕਮ ਕਰੋਗੇ ਮੈਂ ਉਹੀ ਕਾਰ ਕਮਾਵਾਂਗਾ, ਭਾਵ ਉਹੀ ਕਾਰਜ ਕਰਾਂ, ਉਹੀ ਕੰਮ ਕਰਾਂ, ਉਸੇ ਪਾਸੇ ਹੀ ਤੁਰਾਂ। ਇਹ ਵਾਹਿਗੁਰੂ ਜੀ ਜੋ ਤੁਹਾਨੂੰ ਪਾਉਂਦਾ ਹੈ। ਹੁਣ ਸਾਨੂੰ ਕਿਵੇਂ ਪਤਾ ਲੱਗੇ ਕਿ ਮਾਲਕ ਨੂੰ ਕੀ ਪਾਉਂਦਾ ਹੈ? ਇਹ ਸਾਨੂੰ ਕਿਵੇਂ ਪਤਾ ਲੱਗੇਗਾ ਵੀ ਉਹਦਾ ਭਾਣਾ ਕੀ ਹੈ, ਉਹਦਾ ਹੁਕਮ ਕੀ ਹੈ, ਉਹਨੂੰ ਕੀ ਪਾਉਂਦਾ ਹੈ? ਬੜਾ ਸੌਖਾ ਤਰੀਕਾ ਹੈ। ਜਦੋਂ ਅਸੀਂ ਕੋਈ ਵੀ ਕੰਮ ਵਾਸਤੇ ਪਲੈਨਿੰਗ ਕਰਦੇ ਹਾਂ, ਮਹੀਨਾ ਪਹਿਲਾਂ ਕਰ ਲਈ, 2 ਮਹੀਨੇ ਪਹਿਲਾਂ ਕਰ ਲਈ, 4 ਦਿਨ ਪਹਿਲਾਂ ਕਰ ਲਈ, ਵੀ ਇਸ ਦਿਨ ਨੂੰ ਆਹ ਸਮੇਂ ਦੇ ਵਿੱਚ ਮੈਂ ਆਹ ਕਾਰਜ ਕਰਨਾ ਹੈ, ਜਾਂ ਮੈਂ ਇਸ ਦਿਨ ਨੂੰ ਆਹ ਸਮੇਂ ਵਿੱਚ ਫਲਾਣੇ ਪਾਸੇ ਨੂੰ ਜਾਣਾ। ਤੇ ਜਦੋਂ ਐਨ ਉਹ ਮੌਕਾ ਆਵੇ ਤੇ ਉਸ ਮੌਕੇ ਤੇ ਆ ਕੇ ਕਹਾਣੀ ਕੁਝ ਹੋਰ ਬਣ ਜਾਏ, ਤੇ ਸਮਝ ਲੈਣਾ ਵੀ ਇਹੀ ਉਹਦਾ ਹੁਕਮ ਹੈ। ਉੱਥੇ ਪਰੇਸ਼ਾਨ ਨਹੀਂ ਹੋਣਾ।
ਉਥੇ ਦੁਖੀ ਨਹੀਂ ਹੋਣਾ ਵੀ ਹਾਏ ਇਹ ਕੀ ਹੋ ਗਿਆ, ਮੈਂ ਇੰਨੇ ਸਾਲਾਂ ਤੋਂ, ਇੰਨੇ ਮਹੀਨਿਆਂ ਤੋਂ, ਇੰਨੇ ਦਿਨਾਂ ਤੋਂ ਸੋਚਦਾ ਸਾਂ ਵੀ ਮੈਂ ਆਹ ਕਾਰਜ ਕਰਾਂਗਾ, ਮੈਂ ਆਹ ਪਲੈਨਿੰਗ ਕੀਤੀ ਸੀ ਪਰ ਮੌਕੇ ਤੇ ਬਣ ਕੁਝ ਗਿਆ। ਉੱਥੇ ਆਪਣੇ ਆਪ ਨੂੰ ਦੁਖੀ ਪਰੇਸ਼ਾਨ ਕਰਨ ਦੀ ਬਜਾਏ ਇਹ ਸੋਚ ਲੈਣਾ ਵੀ ਇਹ ਉਸ ਮਾਲਕ ਨੂੰ ਐਵੇਂ ਹੀ ਪਾਉਂਦਾ ਹੈ। ਮਤਾ ਕਰੇ ਪੱਛਮ ਕੇ ਤਾਈ ਪੂਰਬ ਹੀ ਲੈ ਜਾਤ। ਹੁਣ ਮਤਾ ਤੇ ਮੈਂ ਪਕਾਇਆ ਸੀ ਪੱਛਮ ਵਾਲੇ ਪਾਸੇ, ਪਰ ਜੇ ਮੇਰੇ ਮਾਲਕ ਨੇ ਮੇਰੇ ਲਈ ਹੁਕਮ ਪੂਰਬ ਵਾਲੇ ਪਾਸੇ ਕੀਤਾ ਹੈ ਤੇ ਮੈਂ ਜਿੰਨਾ ਮਰਜ਼ੀ ਜ਼ੋਰ ਲਾ ਲਵਾਂ ਪੱਛਮ ਵਾਲੇ ਪਾਸੇ ਜਾ ਹੀ ਨਹੀਂ ਸਕਦਾ। ਉੱਥੇ ਫਿਰ ਅਸੀਂ ਆਪਣੇ ਆਪ ਨੂੰ ਕੋਸਣ ਦੀ ਬਜਾਏ ਜਾਂ ਦੁਖੀ ਪਰੇਸ਼ਾਨ ਹੋਣ ਦੀ ਬਜਾਏ ਉਸ ਮਾਲਕ ਦੇ ਹੁਕਮ ਨੂੰ ਮੰਨ ਲਾਂਗੇ ਤਾਂ ਸੁਖਦਾਈ ਹੋ ਜਾਵਾਂਗੇ। ਫਿਰ ਸਾਡਾ ਜੀਵਨ ਦਾ ਹਰ ਪਲ ਸੁੱਖ ਵਿੱਚ ਲੰਘੇਗਾ। ਉਹਦੇ ਹੁਕਮ ਵਿੱਚ ਤੁਰਨਾ ਪੈਣਾ ਹੈ। ਕਹਿਣਾ ਸੌਖਾ ਹੈ ਪਰ ਤੁਰਨਾ ਬੜਾ ਔਖਾ ਹੈ। ਮਨ ਡੋਲ ਜਾਂਦਾ ਹੈ, ਮਨ ਚਿੰਤਾ ਬਹੁਤ ਕਰ ਬੈਠਦਾ ਵੀ ਇਹ ਕੀ ਹੋਇਆ, ਆਹ ਕੀ ਹੋਇਆ। ਪਰ ਅਸੀਂ ਤਾਂ ਕਹਿੰਦੇ ਜਿਉਂ-ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜਹ ਜਹ ਰੱਖੈ ਆਪ ਤੈ ਜਾਹੇ ਖੜੋਵਣਾ। ਮਾਲਕ ਜੀ ਜਿਵੇਂ ਤੁਹਾਡਾ ਹੁਕਮ ਹੋਣਾ ਉਵੇਂ ਹੀ ਹੈ। ਜਿਵੇਂ ਤੁਸੀਂ ਮੈਨੂੰ ਜਿੱਥੇ ਖੜਾ ਦਿਓਗੇ ਮੈਂ ਖਲੋ ਜਾਵਾਂਗਾ, ਬਿਠਾ ਦਿਓਗੇ ਬੈਠ ਜਾਵਾਂਗਾ, ਜਿੱਧਰ ਕਹੋਗੇ ਚੱਲਣ ਨੂੰ ਚੱਲ ਪਵਾਂਗਾ। ਫਿਰ ਜੀਵਨ ਸੁਖਦਾਈ ਹੈ। ਫਿਰ ਬਹੁਤਾ ਮਿਲੇ ਥੋੜਾ ਮਿਲੇ, ਫਿਰ ਸੁੱਖ ਜੀਵਨ ਵਿੱਚ ਬਣਿਆ ਰਹਿੰਦਾ ਹੈ। ਫਿਰ ਬੰਦਾ ਕਹਿੰਦਾ ਵੀ ਮਾਲਕ ਜੀ ਹੁਕਮ ਤੁਹਾਡੇ ਵਿੱਚ ਤੁਹਾਡੇ ਹੁਕਮ ਵਿੱਚ ਤੁਰਨਾ ਹੈ, ਤੁਹਾਡੇ ਭਾਣੇ ਵਿੱਚ, ਤੁਹਾਡੀ ਰਜ਼ਾ ਵਿੱਚ ਤੁਰਨਾ ਹੈ। ਤੇ ਜਦੋਂ ਤੁਰਨਾ ਹੀ ਤੁਹਾਡੀ ਰਜ਼ਾ ਦੇ ਵਿੱਚ ਹੈ, ਫਿਰ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁਖ ਭੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਫਿਰ ਤੇ ਮੈਨੂੰ ਤੁਸੀਂ ਭਾਵੇਂ ਦੁੱਖ ਵੀ ਦਿਓਗੇ ਤਾਂ ਵੀ ਮੈਨੂੰ ਉਹ ਸੁੱਖ ਹੀ ਲੱਗੇਗਾ ਜਦ ਤੁਰਨਾ ਹੀ ਤੁਹਾਡੇ ਹੁਕਮ ਵਿੱਚ ਹੈ। ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਪਰ ਭਾਣੇ ਦੇ ਵਿੱਚ ਹੁਕਮ ਵਿੱਚ ਚੱਲਣਾ ਬੜਾ ਔਖਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਬੇਨਤੀ ਕਰੋ ਕਿ ਮਾਲਕ ਜੀ ਤੁਸੀਂ ਸੁੱਖਾਂ ਦੇ ਦਾਤੇ ਹੋ, ਮੈਂ ਨਿਵ ਨਿਵ ਕੇ ਤੁਹਾਡੇ ਚਰਨਾਂ ਵਿੱਚ ਆਇਆ ਹਾਂ। ਕਾਰ ਕਮਾਵਾ ਮੈਂ ਉਹੀ ਕਮਾਵਾਂਗਾ ਜੇ ਤੁਧ ਭਾਵਾਂ, ਜੋ ਤੁਹਾਨੂੰ ਪਾਉਂਦਾ ਹੈ, ਜੋ ਤੁਹਾਨੂੰ ਚੰਗਾ ਲੱਗਦਾ ਹੈ। ਜਾਂ ਤੂੰ ਦੇਹ ਦਿਆਲਾ ਜੀਓ, ਜੋ ਤੂੰ ਮੈਨੂੰ ਦੇ ਦੇਂਗਾ, ਜੋ ਮੇਰੀ ਝੋਲੀ ਦੇ ਵਿੱਚ ਤੂੰ ਬਖਸ਼ਿਸ਼ ਪਾ ਦੇਂਗਾ, ਮੈਨੂੰ ਉਹ ਹੱਸ ਕੇ ਕਬੂਲ ਹੈ। ਕਿਉਂਕਿ ਬਲ ਜ਼ੋਰ ਮੇਰਾ ਨਹੀਂ, ਜ਼ੋਰ ਤੁਹਾਡਾ ਚੱਲਣਾ, ਮੇਰਾ ਜ਼ੋਰ ਤੇ ਚੱਲ ਹੀ ਨਹੀਂ ਸਕਦਾ। ਮੈਂ ਤੇ ਸਿਰਫ ਹੱਥ ਜੋੜ ਕੇ ਬੇਨਤੀ ਕਰ ਸਕਦਾ, ਨਹੀਂ ਤਾਂ ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮ ਸਾਕੈ। ਜਿਸ ਠਾਕੁਰ ਸਿਉ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਤੁਹਾਡਾ ਹੀ ਸਭ ਜ਼ੋਰ ਹੈ, ਮੈਂ ਤੇ ਐਵੇਂ ਝੂਠਾ ਮਾਣ ਆਪਣੇ ਤੇ ਕਰ ਬੈਠਦਾ। ਇਸ ਲਈ ਹੈ ਵਾਹਿਗੁਰੂ ਜੀ ਇਹ ਜੀਓ ਪਿੰਡ ਤੁਹਾਡਾ ਦਿੱਤਾ ਹੈ, ਇਹ ਧਨ ਰਾਸ ਪੂੰਜੀ ਤੁਹਾਡੀ ਦਿੱਤੀ ਹੋਈ ਹੈ। ਫਿਰ ਤੁਹਾਡੇ ਹੁਕਮ ਤੋਂ ਮੈਂ ਮੁਨਕਰ ਕਿਉਂ ਹੋਵਾਂ? ਫਿਰ ਮੈਂ ਤੁਹਾਡੇ ਭਾਣੇ ਤੋਂ ਬਾਹਰ ਹੋ ਕੇ ਕਿਉਂ ਚੱਲਾਂ? ਇਸ ਲਈ ਵਾਹਿਗੁਰੂ ਜੀ ਜੋ ਤੁਹਾਨੂੰ ਪਾਉਂਦਾ ਹੈ, ਜਿਵੇਂ ਪਾਉਂਦਾ ਹੈ ਤਿਵੇਂ ਤੁਸੀਂ ਸਾਨੂੰ ਬਖਸ਼ਿਸ਼ ਦੇ ਕੇ ਨਿਵਾਜੋ। ਅਸੀਂ ਹਰ ਪਲ ਹਰ ਸਮੇਂ ਤੁਹਾਡੇ ਹੁਕਮ ਦੇ ਵਿੱਚ ਰਹਿ ਕੇ ਚੱਲਣਾ ਚਾਹੁੰਦੇ ਹਾਂ। ਪ੍ਰਭ ਤੁਮ ਤੇ ਲਹਿਣਾ ਤੂੰ ਮੇਰਾ ਗਹਿਣਾ, ਜੋ ਤੋ ਦੇਹ ਸੋਈ ਸੁਖ ਸਹਿਣਾ। ਜਿਥੈ ਰਖਹਿ ਬੈਕੁੰਠ ਤਿਥਾਈ, ਤੂੰ ਸਭਨਾ ਕੇ ਪ੍ਰਤਪਾਲਾ ਜੀਓ। ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ, ਕੇਵਲ ਭਾਣੇ ਦੇ ਵਿੱਚ ਰਹਿਣ ਦੀ ਗੱਲ ਸਾਨੂੰ ਨਹੀਂ ਸਮਝਾ ਰਹੇ। ਮਹਾਰਾਜ ਆਪ ਖੁਦ ਭਾਣੇ ਦੇ ਵਿੱਚ ਚੱਲੇ ਆ। ਹਰ ਕਦਮ ਗੁਰੂ ਸਾਹਿਬ ਨੇ ਹੁਕਮ ਵਿੱਚ ਤੁਰਨਾ ਕੀਤਾ।
ਇੱਥੋਂ ਤੱਕ ਕਿ ਜੇ ਤਤੀ ਤਵੀ ਤੱਕ ਵੀ ਆਏ ਨੇ ਤੇ ਤਾਂ ਵੀ ਇਹੀ ਆਖਿਆ ਵੀ ਜਿਵੇਂ ਉਹਦੀ ਮੌਜ ਹੈ, ਜਿਵੇਂ ਉਸ ਮਾਲਕ ਨੂੰ ਪਾਉਂਦਾ ਹੈ। ਤੇਰਾ ਕੀਆ ਮਿੱਠਾ ਲੱਗੈ। ਵਾਹਿਗੁਰੂ ਜੀ ਆਹ ਹੁਕਮ ਵੀ ਤੁਹਾਡਾ ਮੈਨੂੰ ਮਿੱਠਾ ਲੱਗ ਰਿਹਾ ਹੈ, ਕਿਉਂਕਿ ਉਹ ਮਾਲਕ ਨੇ ਸਾਨੂੰ ਪਰਚੇ ਵੀ ਤਾਂ ਪੈਂਦੇ ਆ ਨਾ। ਜੇ ਵਿਦਿਆਰਥੀ ਨੂੰ ਪੜ੍ਹਾਈ ਕਰਾਈ ਜਾਂਦੀ ਹੈ ਤੇ ਉਹਦਾ ਐਗਜ਼ਾਮ ਵੀ ਹੁੰਦਾ ਹੈ, ਉਹਦੇ ਪੇਪਰ ਵੀ ਲਏ ਜਾਂਦੇ ਆ। ਕਾਹਦੇ ਵਾਸਤੇ? ਤਾਂ ਕਿ ਦੇਖਿਆ ਜਾਏ ਵੀ ਇਹਨੇ ਕਿੰਨੀ ਕੁ ਪੜ੍ਹਾਈ ਕੀਤੀ ਹੈ, ਕਿ ਐਵੇਂ ਹੀ ਕਲਾਸ ਵਿੱਚ ਆ ਕੇ ਬੈਠ ਕੇ ਇੱਧਰ ਉੱਧਰ ਦੇਖ ਕੇ ਤੁਰ ਤਾਂ ਨਹੀਂ ਗਿਆ। ਫਿਰ ਉਹਦਾ ਐਗਜ਼ਾਮ ਹੁੰਦਾ ਹੈ, ਉਸ ਐਗਜ਼ਾਮ ਦੇ ਵਿੱਚ ਦੇਖਿਆ ਜਾਂਦਾ ਹੈ ਕਿਹੜਾ ਪਾਸ ਹੋਇਆ ਤੇ ਕਿਹੜਾ ਫੇਲ ਹੋਇਆ। ਉਸ ਮਾਲਕ ਨੇ ਵੀ, ਜੇ ਅਸੀਂ ਨਾਮ ਦੇ ਅਭਿਆਸੀ ਹਾਂ, ਜੇ ਅਸੀਂ ਸਤਸੰਗ ਕਰਦੇ ਹਾਂ, ਤੇ ਇੱਕ ਦਿਨ ਮਾਲਕ ਨੇ ਸਾਨੂੰ ਪਰਖਣਾ ਵੀ ਹੈ ਵੀ ਦੇਖਾਂ ਇਹ ਕਿੰਨਾ ਕੁ ਭਾਣੇ ਵਿੱਚ ਚੱਲਦਾ ਹੈ, ਇਹ ਕਿੰਨਾ ਕੁ ਹੁਕਮ ਦੇ ਵਿੱਚ ਚੱਲਦਾ ਹੈ। ਡੋਲ ਤੇ ਨਹੀਂ ਜਾਂਦਾ, ਉਲਾਂਬੇ ਤਾਂ ਨਹੀਂ ਦੇਣ ਲੱਗ ਜਾਂਦਾ, ਗਿਣਤੀਆਂ ਮਿਣਤੀਆਂ ਤੇ ਨਹੀਂ ਕਰਨ ਲੱਗ ਜਾਂਦਾ, ਫਿਰ ਸੁਣਾਉਣ ਤਾਂ ਨਹੀਂ ਲੱਗ ਜਾਂਦਾ ਵੀ ਇੰਨਾ ਪਾਠ ਕੀਤਾ, ਇੰਨੀ ਸੇਵਾ ਕੀਤੀ, ਇੰਨੀਆਂ ਮੈਂ ਤੁਹਾਡੇ ਦਰ ਤੇ ਹਾਜ਼ਰੀਆਂ ਭਰੀਆਂ ਤੇ ਮਿਲਿਆ ਕੀ ਉਹਦੇ ਬਦਲੇ। ਜੇ ਮਾੜਾ ਜਿਹਾ ਵੀ ਕਿਤੇ ਕੋਈ ਹਲੂਣਾ ਆਇਆ ਤੇ ਅਸੀਂ ਆ ਸਾਰਾ ਕੁਝ ਉਲਾਂਬੇ ਦੇਣੇ ਸ਼ੁਰੂ ਕੀਤੇ, ਇਹਦਾ ਮਤਲਬ ਅਸੀਂ ਸਿਰਫ ਆ ਹੀ ਰਹੇ ਹਾਂ, ਜਾ ਹੀ ਰਹੇ ਹਾਂ, ਹਜੇ ਉਹਦੇ ਹੁਕਮ ਵਿੱਚ ਤੁਰਨ ਦੀ ਜਾਚ ਨਹੀਂ ਆਈ, ਡੋਲ ਗਏ। ਜਦੋਂ ਉਹਨੇ ਸਾਂਗ ਕੋਈ ਸਾਡੀ ਜ਼ਿੰਦਗੀ 'ਚ ਵਰਤਾਇਆ ਤੇ ਅਸੀਂ ਘਬਰਾ ਗਏ, ਡੋਲ ਗਏ, ਚਿੰਤਤ ਹੋ ਗਏ ਵੀ ਕੀ ਬਣੇਗਾ। ਪਰ ਜੇ ਅਸੀਂ ਅਡੋਲ ਖਲੋ ਕੇ ਆਖਿਆ ਮਾਲਕ ਜੀ ਪਰਵਾਹ ਹੀ ਨਹੀਂ, ਕਿਉਂਕਿ ਜਿਵੇਂ ਤੁਹਾਨੂੰ ਪਾਉਂਦਾ ਤਿਵੇਂ ਹੀ ਹੋਣਾ, ਤੇ ਫਿਰ ਮੈਂ ਦੁੱਖ ਵਿੱਚ ਸੁਖ ਮਨਾਈ, ਤੇ ਫਿਰ ਮਾਲਕ ਜੀ ਸੱਚ ਜਾਣਿਓ ਡੋਲਣ ਵੀ ਕੋਈ ਨਹੀਂ ਦਿੰਦੇ। ਗੁਰੂ ਸਾਹਿਬ ਜੀ ਤਤੀ ਤਵੀ ਤੇ ਬੈਠ ਕੇ ਦਿਖਾ ਰਹੇ ਆ ਵੀ ਉਹ ਡੋਲਣ ਨਹੀਂ ਦਿੰਦਾ। ਜੇ ਤੁਸੀਂ ਕਹੋਗੇ ਵੀ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ, ਤੇ ਵਾਕਈ ਇਹ ਚਲੋ ਆਪਾਂ ਕਹਿੰਦੇ ਉਹ ਤੇ ਗੁਰੂ ਸਾਹਿਬ ਸੀ, ਉਹ ਤਾਂ ਤਤੀ ਤਵੀ ਤੇ ਬੈਠ ਸਕਦੇ ਸੀ, ਉਹ ਤਾਂ ਗੁਰੂ ਸਾਹਿਬ ਸੀ। ਤੇ ਫਿਰ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਕੌਣ ਸਨ? ਫਿਰ ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਜੀ ਕੌਣ ਸਨ? ਜਿਨ੍ਹਾਂ ਨੇ ਸ਼ਹਾਦਤ ਦੇ ਜਾਮ ਪੀਤੇ ਆ ਔਰ ਅੱਤ ਦੇ ਤਸੀਹੇ ਉਹਨਾਂ ਨੂੰ ਦਿੱਤੇ ਆ, ਪਰ ਉਹ ਡੋਲੇ ਨਹੀਂ। ਉਹ ਵੀ ਅਡੋਲ ਰਹਿ ਕੇ ਇੱਕੋ ਗੱਲ ਕਹਿ ਰਹੇ ਆ, ਤੇਰਾ ਕੀਆ ਮਿੱਠਾ ਲੱਗੈ। ਉਹ ਵੀ ਤਾਂ ਸਾਡੇ ਵਰਗੇ ਹੀ ਸੀ, ਉਹਨਾਂ ਨੇ ਕਮਾ ਲਿਆ, ਉਹਨਾਂ ਨੇ ਉਹ ਮਾਲਕ ਦੇ ਭਾਣੇ ਵਿੱਚ ਤੁਰਨਾ ਸਿੱਖ ਲਿਆ। ਅਸੀਂ ਹਜੇ ਡੋਲ ਜਾਂਦੇ ਹਾਂ, ਘਬਰਾ ਜਾਂਦੇ ਹਾਂ। ਵਾਹਿਗੁਰੂ ਮਿਹਰ ਕਰਨ, ਸਾਹਿਬ ਜੀ ਨੇ ਇੱਥੇ ਕਿਰਪਾ ਕੀਤੀ, ਉਸ ਮਾਲਕ ਦੇ ਹੁਕਮ ਵਿੱਚ ਤੁਰਨਾ ਹੈ। ਤੇ ਤੁਰਦਿਆਂ ਕੀ ਕਹਿਣਾ ਹੈ? ਪ੍ਰਭ ਤੁਮ ਤੇ ਲਹਿਣਾ, ਮੈਂ ਜੋ ਵੀ ਕੁਝ ਪ੍ਰਾਪਤ ਕਰਨਾ ਉਹ ਤੁਹਾਡੇ ਤੋਂ ਹੀ ਕਰਨਾ। ਤੇ ਦੁਨੀਆ ਭਟਕ ਰਹੀ ਹੈ, ਕੋਈ ਕਿਸੇ ਅੱਗੇ, ਕੋਈ ਕਿਸੇ ਅੱਗੇ, ਕੋਈ ਕਿਸੇ ਅੱਗੇ। ਮੈਂ ਆਹ ਦਾਤ ਲੈਣੀ ਹੈ ਫਲਾਣੇ ਕੋਲ, ਆਹ ਲੈਣੀ ਹੈ ਫਲਾਣੇ ਕੋਲ, ਆਹ ਲੈਣੀ ਹੈ ਫਲਾਣੇ ਕੋਲ। ਭਟਕ ਰਹੀ ਹੈ ਦੁਨੀਆ। ਪਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਤੁਰਦਾ ਨਾ, ਉਹ ਕਹਿੰਦੇ ਮਾਲਕਾ ਮੈਂ ਹੋਰ ਥਾਉ ਨਹੀਂ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਮੈਂ ਲੈਣਾ ਹੀ ਸਭ ਕੁਝ ਤੁਹਾਡੇ ਕੋਲੋਂ, ਕਿਉਂਕਿ ਤੂੰ ਹੀ ਮੇਰਾ ਸੁਆਮੀ ਹੈ, ਠਾਕੁਰ ਹੈ, ਤੂੰ ਹੀ ਮੇਰਾ ਪਾਲਣਹਾਰ ਹੈ। ਇਸ ਲਈ ਜੋ ਤੁਸੀਂ ਮੈਨੂੰ ਦਿਓਗੇ ਮੈਂ ਹੱਸ ਕੇ ਝੋਲੀ ਵਿੱਚ ਪਾ ਲਾਂਗਾ। ਪ੍ਰਭ ਤੁਮ ਤੇ ਲਹਿਣਾ, ਤੂੰ ਮੇਰਾ ਗਹਿਣਾ। ਗਹਿਣਾ ਕਾਹਦੇ ਲਈ ਹੁੰਦਾ? ਸ਼ਿੰਗਾਰ ਵਾਸਤੇ। ਮੇਰੀ ਜ਼ਿੰਦਗੀ ਦਾ ਸ਼ਿੰਗਾਰ ਵੀ ਤੂੰ ਹੀ ਹੈ। ਜੇ ਤੁਹਾਡਾ ਆਸਰਾ ਮੇਰੀ ਜ਼ਿੰਦਗੀ ਵਿੱਚ ਨਹੀਂ, ਤੁਹਾਡਾ ਨਾਮ ਮੇਰੀ ਜ਼ਿੰਦਗੀ 'ਚ ਨਹੀਂ, ਤੇ ਫਿਰ ਮੈਂ ਬਾਹਰੋਂ ਜਿੰਨੇ ਮਰਜ਼ੀ ਸ਼ਿੰਗਾਰ ਕਰ ਲਵਾਂ, ਲੱਖ ਸ਼ਿੰਗਾਰ ਬਣਾ ਲਵਾਂ, ਤਾਂ ਵੀ ਮੈਂ ਕਾਰਜ ਆਪਣਾ ਪੂਰਾ ਨਹੀਂ ਕਰ ਸਕਦਾ, ਕਿਉਂਕਿ ਮੇਰਾ ਅਸਲ ਸ਼ਿੰਗਾਰ ਤੇ ਤੁਸੀਂ ਹੋ। ਲੱਖਾਂ ਸ਼ਿੰਗਾਰ ਬਾਹਰ ਦੇ ਕਰਕੇ ਵੀ ਮੈਨੂੰ ਸੁੱਖ ਨਹੀਂ ਮਿਲਣਾ, ਕਿਉਂਕਿ ਇਹ ਬਨਾਵਟੀ ਸ਼ਿੰਗਾਰ ਨੇ। ਅਸੀਂ ਬਨਾਵਟੀ ਸ਼ਿੰਗਾਰ ਕਰਕੇ ਹੀ ਝੂਠੇ ਹਾਸੇ
ਆਪਣੇ ਚਿਹਰੇ ਤੇ ਲਿਆਰੇ ਆ, ਅੰਦਰੋਂ ਮੁਰਝਾਏ ਪਏ ਆ। ਹੇ ਵਾਹਿਗੁਰੂ ਜੀ, ਮੇਰੀ ਜ਼ਿੰਦਗੀ ਦਾ ਤੂੰ ਹੀ ਗਹਿਣਾ ਹੈ, ਤੂੰ ਹੀ ਮੇਰੀ ਜ਼ਿੰਦਗੀ ਦਾ ਸ਼ਿੰਗਾਰ ਹੈ। ਤੁਹਾਡੇ ਨਾਮ ਦਾ ਸ਼ਿੰਗਾਰ ਹੀ ਮੇਰੇ ਜੀਵਨ ਨੂੰ ਸੋਹਣਾ ਬਣਾਉਂਦਾ ਹੈ। ਮੈਂ ਸਾਰੀਆਂ ਦਾਤਾਂ ਤੁਹਾਡੇ ਤੋਂ ਲੈਣੀਆਂ, ਇਸ ਲਈ ਜਿਵੇਂ ਤੁਹਾਨੂੰ ਭਾਉਂਦਾ ਮੈਨੂੰ ਆਪਣੇ ਹੁਕਮ 'ਚ ਰੱਖੋ। ਜੋ ਤੂੰ ਦੇਹ ਸੋਈ ਸੁਖ ਸਹਿਣਾ, ਜੋ ਤੁਸੀਂ ਦਿੰਦੇ ਹੋ ਮੈਂ ਉਹੀ, ਉਹ ਮੇਰੇ ਸੁੱਖ ਵਾਸਤੇ ਹੀ ਹੈ। ਪਿਛਲੇ ਦਿਨੀ ਬੇਨਤੀ ਕੀਤੀ ਸੀ ਕਿ ਕਈਆਂ ਨੂੰ ਮਾਲਕ ਨੇ ਧੀਆਂ ਦਿੱਤੀਆਂ ਨੇ ਤੇ ਉਹ ਪੁੱਤਰ ਦੀ ਆਸ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਭਟਕਦੇ ਆ। ਕਿਸੇ ਕੋਲੋਂ ਫਲ ਲੈ ਲਿਆ, ਕਿਸੇ ਕੋਲੋਂ ਕੁਝ ਪੂੜੀਆਂ ਲੈ ਲਈਆਂ, ਕੁਝ ਲਾਚੀਆਂ ਲੈ ਲਈਆਂ, ਪਤਾ ਨਹੀਂ ਕੀ ਕੁਛ ਦੁਨੀਆ 'ਚ ਵੰਡਿਆ ਜਾਂਦਾ ਪਿਆ। ਪਰ ਜੇ ਮਾਲਕ ਨੇ ਤੁਹਾਨੂੰ ਦੇਣੀਓ ਹੀ ਧੀ ਦੀ ਦਾਤ ਹੈ, ਤੁਸੀਂ ਪੁੱਤਰ ਦੀ ਦਾਤ ਕਿੱਥੋਂ ਲੈ ਲਓਗੇ? ਜਦੋਂ ਜੇ ਉਹਨੇ ਧੀ ਦੇ ਰੂਪ ਵਿੱਚ ਦਾਤ ਦਿੱਤੀ ਹੈ ਤੇ ਉਹ ਵੀ ਉਹਦੇ ਵਿੱਚ ਵੀ ਤੇ ਸਾਡਾ ਸੁੱਖ ਹੈ। ਉਹ ਸੁੱਖ ਤੋਂ ਮੂੰਹ ਮੋੜ ਲੈਂਦੇ ਆ ਤੇ ਸਾਨੂੰ ਪੁੱਤਰ ਹੀ ਚਾਹੀਦਾ ਹੈ। ਤੇ ਚਲੋ ਜੇ ਮਿਲ ਵੀ ਗਿਆ ਮੁੜ ਕੇ ਫਿਰ ਉਹ ਇਸ ਤਰ੍ਹਾਂ ਦਾ ਵਰਤਾਓ ਕਰਦਾ ਹੈ, ਫਿਰ ਸਾਰੀ ਜ਼ਿੰਦਗੀ ਦਾ ਰੋਣਾ ਪੱਲੇ ਪੈ ਜਾਂਦਾ ਹੈ ਵੀ ਮੈਨੂੰ ਮਾਲਕ ਜੀ ਧੀ ਦਿੱਤੀ ਸੀ, ਅਖੀਰ ਨੂੰ ਫਿਰ ਮੇਰਾ ਦੁੱਖ ਵੰਡਾਉਣ ਵਾਸਤੇ ਤੇ ਉਹੀ ਆਈ ਹੈ। ਸਭ ਕਹਿੰਦੇ ਤੂੰ ਹੀ ਆਪਣੇ ਭਾਣੇ ਵਿੱਚ ਆਪ ਚੱਲਣਾ ਚਾਹੁੰਦਾ ਸੀ, ਫਿਰ ਆਪਣ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਹੁਣ ਜਿਹੜੀਆਂ ਚੋਟਾਂ ਪੈਂਦੀਆਂ ਇਹ ਤੇਰੀ ਆਪਣੀ ਮਨ ਦੇ ਹੱਠ ਨਾਲ ਪੈਂਦੀਆਂ ਨੇ। ਜੇ ਉਹਨੇ ਮਾਲਕ ਨੇ ਦਾਤ ਦਿੱਤੀ ਹੈ, ਜੋ ਵੀ ਦਿੱਤੀ ਹੈ ਧੀ ਪੁੱਤ ਦੇ ਰੂਪ ਵਿੱਚ, ਉਹ ਸਾਨੂੰ ਸੁੱਖ ਵਾਸਤੇ ਹੀ ਦਿੱਤੀ ਹੈ। ਜਿਹੜੀਆਂ ਵੀ ਮਾਲਕ ਨੇ ਦਾਤਾਂ ਦਿੱਤੀਆਂ ਨੇ, ਸਾਹਿਬ ਜੀ ਨੇ ਇੱਥੇ ਕਿਰਪਾ ਕੀਤੀ, ਜੋ ਤੂੰ ਦੇਹ ਸੋਈ ਸੁਖ ਸਹਿਣਾ। ਮਾਲਕ ਜੀ ਜੋ ਤੁਸੀਂ ਦਿਓਗੇ ਦਾਤ, ਮੈਂ ਉਸ ਸੁੱਖ ਵਿੱਚ ਉਹਨੂੰ ਕਬੂਲ ਕਰ ਲਾਂਗਾ ਕਿ ਇਹ ਮੇਰੇ ਸੁੱਖ ਵਾਸਤੇ ਹੈ। ਇਹ ਮੈਨੂੰ ਸੁਖਦਾਈ ਦਾਤੇ ਨੇ, ਸੁੱਖ ਦੇਣ ਲਈ ਹੀ ਦਾਤਾਂ ਇਹ ਦਿੱਤੀਆਂ ਨੇ। ਜਿੱਥੈ ਰੱਖੈ ਬੈਕੁੰਠ ਤੇ ਥਾਈ, ਤੇ ਥਾਈ ਉਹ ਥਾਂ ਤੇ। ਪਰ ਸਾਨੂੰ ਆਖਿਆ ਵੀ ਇੱਕ ਹੀ ਬੈਕੁੰਠ ਹੈ, ਹੋਰ ਬੈਕੁੰਠ ਹੀ ਕੋਈ ਨਹੀਂ। ਪਰ ਜਦੋਂ ਅਸੀਂ ਗੁਰਬਾਣੀ ਨੂੰ ਸਮਝ ਕੇ ਚੱਲਾਂਗੇ, ਇੱਕ ਤਾਂ ਬੈਕੁੰਠ ਉਹ ਹੈ ਜਿੱਥੇ ਆਪ ਪਰਮੇਸ਼ਵਰ ਵਸਦਾ ਹੈ, ਔਰ ਇੱਕ ਬੈਕੁੰਠ ਕੀ ਹੈ? ਮਹਾਰਾਜ ਕਹਿੰਦੇ ਬੈਕੁੰਠ ਨਗਰ ਜਹਾਂ ਸੰਤ ਵਾਸਾ, ਜਿੱਥੇ ਗੁਰਮੁਖ ਜਨ ਬੈਠ ਕੇ ਰੱਬੀ ਨਾਮ ਦੀ ਕਮਾਈ ਕਰਦੇ ਆ। ਇਹ ਆ ਜਿੱਥੇ ਤੁਸੀਂ ਬੈਠੇ ਹੋ ਇਹ ਬੈਕੁੰਠ ਹੀ ਹੈ। ਪਰ ਜੇ ਤੁਸੀਂ ਮਾਲਕ ਦੇ ਹੁਕਮ ਵਿੱਚ ਤੁਰ ਪਾਓ ਨਾ, ਜੇ ਉਹਦੇ ਭਾਣੇ ਵਿੱਚ ਤੁਰ ਪਾਓ, ਉਹਦੀ ਰਜ਼ਾ ਦੇ ਵਿੱਚ ਰਾਜ਼ੀ ਹੋ ਕੇ ਤੁਰ ਪਾਓ, ਤੇ ਹਰ ਕਦਮ ਤੇ ਤੁਹਾਡੇ ਲਈ ਬੈਕੁੰਠ ਬਣ ਜਾਏਗਾ। ਹਰ ਥਾਂ ਤੁਹਾਡੇ ਵਾਸਤੇ ਬੈਕੁੰਠ ਹੋ ਜਾਏਗੀ, ਜੇ ਸਾਨੂੰ ਉਹਦੇ ਹੁਕਮ ਦੇ ਵਿੱਚ ਤੁਰਨਾ ਆ ਜਾਏ ਤਾਂ। ਇੰਨੀ ਵੱਡੀ ਬਖਸ਼ਿਸ਼ ਕਿ ਕਦਮ ਕਦਮ ਤੇ ਹੀ ਬੈਕੁੰਠ ਮਹਾਰਾਜ ਨੇ ਦੇ ਦਿੱਤਾ ਸਾਨੂੰ। ਪਰ ਉਸ ਕਦਮ ਕਦਮ ਤੇ ਬੈਕੁੰਠ ਤਾਂ ਬਣੇਗਾ ਜੇ ਆ ਬੈਕੁੰਠ ਵਿੱਚ ਆ ਕੇ ਬੈਠਾਂਗੇ, ਕਿਉਂਕਿ ਭਾਣਾ ਮੰਨਣ ਦੀ ਜਾਚ ਤਾਂ ਇੱਥੇ ਹੀ ਸਿੱਖਣੀ ਹੈ। ਉਹਦੇ ਹੁਕਮ ਦੇ ਵਿੱਚ ਚੱਲਣ ਦੀ ਜਾਚ ਤਾਂ ਇੱਥੇ ਬੈਠ ਕੇ ਸਿੱਖਣੀ ਹੈ। ਰਜ਼ਾ ਦੇ ਵਿੱਚ ਰਾਜ਼ੀ ਕਿਵੇਂ ਰਹਿਣਾ, ਉਹ ਸਾਨੂੰ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਹੀ ਪਤਾ ਲੱਗਣਾ ਹੈ। ਇਸ ਲਈ ਮਹਾਰਾਜ ਜੀ ਕਹਿੰਦੇ ਆ, ਜਿੱਥੇ ਰੱਖੈ, ਤੂੰ ਜਿੱਥੇ ਵੀ ਰੱਖੇਗਾ ਮੇਰੇ ਮਾਲਕਾ, ਮੈਂ ਤੇਰੇ ਹੁਕਮ ਦੇ ਵਿੱਚ ਰਹਿਣ ਨੂੰ ਤਿਆਰ ਹਾਂ। ਤੇ ਬੈਕੁੰਠ ਤੇ ਥਾਈ, ਮੇਰੇ ਲਈ ਉਹ ਥਾਂ ਬੈਕੁੰਠ ਬਣ ਜਾਏਗੀ। ਤੂੰ ਸਭਨਾ ਕਰੇ ਪ੍ਰਤਪਾਲਾ ਜੀਓ, ਮੈਂ ਕਿਉਂ ਡੋਲਾਂ? ਕਿਉਂਕਿ ਤੂੰ ਸਾਰਿਆਂ ਦਾ ਪਾਲਣਹਾਰ ਹੈ। ਜੇ ਸਾਰਿਆਂ ਦੀ ਪਾਲਣਾ ਕਰਦਾ ਤੇ ਮੇਰੀ ਵੀ ਤੇ ਕਰਦਾ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ। ਪਲ ਪਲ ਉਹ ਸਾਡੀ ਪਾਲਣਾ ਕਰ ਰਿਹਾ, ਤੇ ਫਿਰ ਮੈਂ ਕਿਉਂ ਡੋਲਾਂ, ਮੈਂ ਕਿਉਂ ਘਬਰਾਵਾਂ, ਜਦ ਕਿ ਪਾਲਣਹਾਰ ਮੇਰੀ ਕਦਮ ਕਦਮ ਤੇ ਪਾਲਣਾ ਕਰ ਰਿਹਾ ਹੈ। ਚਲੋ ਜੇ ਅਸੀਂ ਮਾਇਆਵੀ ਰੰਗਾਂ ਵਿੱਚ ਰੰਗ ਕੇ ਡੋਲ ਵੀ ਰਹੇ ਹਾਂ, ਘਬਰਾ ਵੀ ਰਹੇ ਹਾਂ, ਚਿੰਤਾ ਵੀ ਕਰ ਰਹੇ ਹਾਂ, ਪਰ ਜਿਸ ਥਾਂ ਤੇ ਆਏ ਹਾਂ
ਉਹ ਮਹਾਰਾਜ ਫਿਰ ਸਾਨੂੰ ਦਿਲਾਸਾ ਦਿੰਦੇ ਆ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣਹਾਰ। ਤੂੰ ਕਿਉਂ ਡੋਲਦਾ ਹੈ? ਜਿਹਨੇ ਤੇਰੀ ਸਿਰਜਣਾ ਕੀਤੀ ਆ ਉਹ ਤੇਰੀ ਰੱਖਿਆ ਵੀ ਕਰੇਗਾ। ਜਿਹਨੇ ਤੈਨੂੰ ਪੈਦਾ ਕੀਤਾ ਉਹ ਤੇਰੀ ਪਾਲਣਾ ਵੀ ਕਰੇਗਾ। ਜਿਹਨੇ ਤੈਨੂੰ ਇਸ ਤਨ ਮਨ ਧਨ ਦੀ ਪੂੰਜੀ ਦਿੱਤੀ ਹੈ ਉਹ ਤੈਨੂੰ ਸੁੱਖ ਵੀ ਦੇਗਾ। ਤੂੰ ਕਿਉਂ ਐਵੇਂ ਡੋਲਦਾ ਹੈ? ਤੂੰ ਉਹਦੇ ਹੁਕਮ ਵਿੱਚ ਤੁਰ, ਉਹਦੇ ਭਾਣੇ ਦੇ ਵਿੱਚ ਤੁਰ। ਜਿੱਥੈ ਰੱਖੈ ਬੈਕੁੰਠ ਤਿਥਾਈ, ਤੂੰ ਸਭਨਾ ਕੇ ਪ੍ਰਤਪਾਲਾ ਜੀਓ। ਹੇ ਵਾਹਿਗੁਰੂ ਜੀ, ਤੂੰ ਠਾਕੁਰ ਸੁਆਮੀ ਪ੍ਰਭ ਮੇਰਾ। ਹੇ ਮੇਰੇ ਠਾਕੁਰ ਵਾਹਿਗੁਰੂ ਜੀ, ਜਿੱਥੇ ਵੀ ਤੁਸੀਂ ਆਪਣੇ ਹੁਕਮ 'ਚ ਰੱਖੋਗੇ ਮੇਰੇ ਲਈ ਉਹੀ ਬੈਕੁੰਠ ਹੈ, ਕਿਉਂਕਿ ਸਭਨਾ ਦੀ ਪਾਲਣਾ ਕਰਨ ਵਾਲੇ ਤੁਸੀਂ ਆਪ ਹੀ ਪਾਲਣਾ ਕਰ ਰਹੇ ਹੋ। ਸਿਮਰ ਸਿਮਰ ਨਾਨਕ ਸੁਖ ਪਾਇਆ, ਆਠ ਪਹਿਰ ਤੇਰੇ ਗੁਣ ਗਾਇਆ। ਸਗਲ ਮਨੋਰਥ ਪੂਰਨ ਹੋਏ, ਕਦੇ ਨਾ ਹੋਏ ਦੁਖਾਲਾ ਜੀਓ। ਜਿਨ੍ਹਾਂ ਨੇ ਹੇ ਵਾਹਿਗੁਰੂ ਜੀ ਤੁਹਾਨੂੰ ਸਿਮਰਿਆ ਹੈ, ਤੁਹਾਨੂੰ ਚੇਤੇ ਰੱਖਿਆ ਹੈ, ਹਰ ਪਲ ਤੁਹਾਨੂੰ ਯਾਦ ਰੱਖਿਆ ਹੈ ਕਿ ਤੁਸੀਂ ਹੀ ਮੇਰੇ ਠਾਕੁਰ ਹੋ, ਸੁਆਮੀ ਹੋ, ਪ੍ਰਭੂ ਹੋ। ਸਿਮਰ ਦਾ ਅਰਥ ਹੁੰਦਾ ਚੇਤਾ, ਵੀ ਉਹਨੂੰ ਹਰ ਵੇਲੇ ਚੇਤਾ ਰੱਖੋ, ਹਰ ਵੇਲੇ ਤੁਹਾਡੇ ਅੰਦਰ ਉਹਦੀ ਯਾਦ ਬਣੀ ਰਵੇ ਕਿ ਉਹ ਮੇਰਾ ਠਾਕੁਰ ਹੈ, ਉਹ ਮੇਰਾ ਸੁਆਮੀ ਹੈ, ਉਹ ਮੇਰਾ ਪ੍ਰਭੂ ਹੈ, ਉਹ ਮੇਰਾ ਪਾਲਣਹਾਰ ਹੈ, ਉਹ ਮੇਰਾ ਸਿਰਜਣਹਾਰ ਹੈ। ਮੇਰੀ ਜ਼ਿੰਦਗੀ ਦੀ ਡੋਰ ਉਹਦੇ ਹੱਥ ਵਿੱਚ ਹੈ। ਜਿਵੇਂ ਉਹ ਜਿਸ ਪਾਸੇ ਨੂੰ ਤੋਰੇਗਾ ਮੈਂ ਤੁਰ ਜਾਵਾਂਗਾ, ਜਿਸ ਪਾਸੇ ਨੂੰ ਜੋ ਜਿਸ ਅਵਸਥਾ 'ਚ ਰੱਖੇਗਾ ਮੈਂ ਰਹਿ ਲਾਂਗਾ। ਕਬੀਰ ਸਾਹਿਬ ਜੀ ਨੇ ਆਪਣਾ ਆਪਾ ਸਮਰਪਣ ਕਰਕੇ ਇੱਥੋਂ ਤੱਕ ਕਹਿ ਦਿੱਤਾ ਕਿ ਕਬੀਰ ਕੂਕਰ ਰਾਮ ਕੋ ਮੁਤੀਆਂ ਮੇਰੋ ਨਾਉ, ਗਲੇ ਹਮਾਰੇ ਜੇਵਰੀ। ਜੈ ਖਿੰਚੈ ਤੈਂ ਜਾਓ, ਭਾਵ ਹੁਕਮ ਦੀ ਜੰਜੀਰ ਮੇਰੇ ਗਲ ਵਿੱਚ ਪੈ ਗਈ ਹੈ। ਉਹ ਜਿੱਧਰ ਮੇਰਾ ਮਾਲਕ ਖਿੱਚੇਗਾ ਮੈਂ ਤੇ ਉਸ ਪਾਸੇ ਹੀ ਜਾਣਾ ਹੈ। ਇੰਨਾ ਨਿਭ ਗਏ ਤੇ ਨਿਭ ਕੇ ਆਪਣੇ ਆਪ ਨੂੰ ਕੂਕਰ ਤੱਕ ਕਹਿ ਦਿੱਤਾ। ਸਾਨੂੰ ਵੀ ਬਾਣੀ ਵਿੱਚ ਆਖਿਆ ਵੀ ਤੂੰ ਮਾਣ ਹੰਕਾਰ ਕਰਕੇ ਨਹੀਂ, ਤੂੰ ਇੱਥੇ ਆ ਕੇ ਕਹਿ ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਬਸਾਰ। ਅਸੀਂ ਤਾਂ ਤੇਰੇ ਘਰ ਦੇ ਕੂਕਰ ਹਾਂ ਮਾਲਕ ਜੀ। ਜਿਵੇਂ ਤੁਸੀਂ ਜਿਸ ਪਾਸੇ ਨੂੰ ਆ ਜੰਜੀਰ ਹੁਕਮ ਦੀ ਖਿੱਚੋਗੇ ਉਸ ਪਾਸੇ ਨੂੰ ਤੁਰ ਪਾਂਗੇ, ਫਿਰ ਜੀਵਨ ਸੁਖਦਾਈ ਹੈ। ਜਿਨ੍ਹਾਂ ਨੇ ਸਿਮਰਿਆ, ਜਿਨ੍ਹਾਂ ਨੇ ਹਰ ਪਲ ਵਾਹਿਗੁਰੂ ਜੀ ਨੂੰ ਚੇਤੇ ਕੀਤਾ, ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਬਣ ਗਿਆ। ਉਹਨਾਂ ਦੇ ਜੀਵਨ 'ਚ ਕਦੇ ਦੁੱਖ ਨਹੀਂ ਆਇਆ। ਉਹ ਕਦੇ ਦੁਖਦਾਈ ਜੀਵਨ ਨਹੀਂ ਜਿਉਂਦੇ, ਉਹ ਸੁਖਦਾਈ ਜੀਵਨ ਜਿਉਂਦੇ ਆ। ਸਿਮਰ ਸਿਮਰ ਨਾਨਕ ਸੁਖ ਪਾਇਆ। ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਆ, ਸਿਮਰ ਸਿਮਰ ਕੇ ਸੁਖ ਪਾਲਿਆ, ਆਠ ਪਹਿਰ ਤੇਰੇ ਗੁਣ ਗਾਇਆ। ਕਿਹਨਾਂ ਨੇ ਸਿਮਰਿਆ ਤੇ ਕਿਹਨਾਂ ਨੇ ਸੁਖ ਪਾਇਆ? ਜਿਨ੍ਹਾਂ ਨੇ ਅੱਠੇ ਪੈਰ ਵਾਹਿਗੁਰੂ ਜੀ ਤੁਹਾਡੇ ਗੁਣ ਗਾਏ ਆ। ਅੱਠੇ ਪੈਰ ਦਾ ਮਤਲਬ 4 ਪਹਿਰ ਦਿਨ ਤੇ 4 ਪਹਿਰ ਰਾਤ, 24 ਘੰਟੇ। ਤੇ 24 ਘੰਟੇ ਵਿੱਚ ਜਿਹੜੇ 24,000 ਸਵਾਸ ਦਿੱਤੇ ਆ ਨਾ, ਉਹਨਾਂ ਹਜ਼ਾਰਾਂ ਸਵਾਸਾਂ ਦੇ ਵਿੱਚ ਜਿਨ੍ਹਾਂ ਨੇ ਵਾਹਿਗੁਰੂ ਜੀ ਤੁਹਾਨੂੰ ਸਿਮਰਿਆ, ਤੁਹਾਡੇ ਗੁਣ ਗਾਏ ਨੇ, ਉਹਨਾਂ ਨੂੰ ਫਿਰ ਜੀਵਨ ਵਿੱਚ ਸੁੱਖ ਮਿਲ ਗਿਆ ਹੈ। ਸਾਡੀ ਤਾਂ ਨਿਤ ਅਰਦਾਸ ਵਿੱਚ ਇਹ ਮੰਗ ਹੁੰਦੀ ਹੈ, ਕੋਈ ਦਿਨ ਐਸਾ ਨਾ ਹੋਵੇ ਕਿ ਜਿਹੜਾ ਇਹ ਦਾਤ ਮੰਗਣ ਤੋਂ ਬਿਨਾਂ ਸਾਡਾ ਦਿਨ ਗੁਜ਼ਰ ਜਾਏ। ਹਰ ਦਿਨ ਹਰ ਪਲ ਇਹ ਮੰਗਦੇ ਰਿਹਾ ਕਰੋ। ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ ਕਿਸੇ ਵੀ ਮੋੜ ਤੇ ਆ ਕੇ, ਕਿਸੇ ਵੀ ਸਮੇਂ, ਕਿਸੇ ਵੀ ਘੜੀ ਵਿੱਚ
हे दातार जी मेरे अंदरों तुसी विसरनी नहीं चाहिए। बस इन्नी को किरपा रखियो भी मैं दिन रात गुण गाउंदा रवां, ये चाओ घट ना जावे। ये मायावी नगरी विच इस दुनिया दे रंगां विच रंग के ये चाओ किते घट ना जाए। गुण गावां दिन रात नानक, चाओ इहो ये मेरे जीवन च बनिया रवे। तो जिन्हां ने फिर गाया अठे पैर वाहिगुरू जी दे गुण जिहड़े सी वो गाए ते मालिक नूं सिमरिया, उन्हां ने सुख पा लिया। ते जिन्हां नूं सुख मिलिया सगल मनोरथ पूरन होए। उन्हां दे सारे मन दे मनोरथ भी पूरे हो गए। असीं इस लई रोंदे पए आ, साडे मन दा मनोरथ पूरा नहीं होया। जो मेरे मन दे विच इच्छा सी वो पूरी नहीं होई, ये साडा रोना इस वास्ते है। पर महाराज जी कहंदे तेरे सारे मन दे मनोरथ पूरे होणगे, तेरियां सारियां इच्छावां पूरीआं होणगियां। बस तू एक काम कर, तू उस मालिक नूं चेते रख, तू उन्हों पाउण दी कोशिश कर, उन्हों मिलण दी कोशिश कर। तू उहदे घर दे विच निव निव के आउण वाली जाच सिख लै, फिर सभे इच्छा पूरियां जा पाया अगम अपारा। असीं उन्हों नहीं पा रहे ते ताई साडियां सभे इच्छा पूरियां नहीं हो रहीआं। महाराज कहंदे तू उन्हों सिमर के तां वेख, वो इच्छा पूरक दाता है, वो तेरियां सभे इच्छावां क्यों नहीं पूरियां करेगा। पर उन्हों सिमर के तां वेख, उहदे हुक्म विच उहदे भाणे दे विच तुर के तां वेख। उन्हां दे सारे मनोरथ पूरे हो जांदे आ, उन्हां नूं सुख मिलदा है। कदे ना होए दुखाला जियो, वो कदे जीवन विच दुखी नहीं हुंदे। जे दुख आया भी है ना, वो दुख विच सुख मनाई वाला जीवन बना के रहिंदे आ। जे किते समाज वल्लों, हंकारियां वल्लों, विकारियां वल्लों, दुष्टां वल्लों किते दुख आ दिता भी गया ना, पर वो फिर भी नहीं डोलदे। गुरु साहब जी ने किन्नी वड्डी पावर दिती है सानू बाणी ते बाणी नाल जोड़ के। समय दे विच ये अज नहीं, ये धुरों ही ऐसी खेड बनी हुई है। प्रहलाद ते हरनाकश कोई अज दे नहीं होए। प्रहलाद ते हरनाकश जिहड़े आ वो सदियां बीत गईयां, युग बीत गए आ। उदों भी ये टाकरा रहा ते अज भी यही टाकरा है। उदों भी यही झगड़ा रहा ते अज भी यही झगड़ा, क्योंकि भगतां तै संसारियां जोड़ कदे ना आया। वो जोड़ कदे हो ही नहीं सकता। वो जदों दुनिया बनी उदों भी नहीं होया ते अज भी नहीं होना। जदों दुनिया बनाई सी दिन ते रात दा मेल उदों भी नहीं होया, ते अज कई युग बदल गए ने, दिन ते रात दा मेल अज भी नहीं है। कई मुल्क ने जिथे हुण रात हो गई है ते इत्थे दिन चढ़ आया, इत्थे रात होएगी ते उत्थे दिन चढ़ आएगा, पर कदे दिन रात इकट्ठे नहीं होए। इकट्ठे नहीं होण। आसमान ते वेखो सानू दिन चढ़िया नजर आया, हुण ये थोड़ी है भी अद्धी रात है ते अद्धा दिन है। जे रात आई है दिन नू जाना पैना, जे दिन आया तां रात नू जाना पैना। सच ते झूठ कदे इकट्ठे नहीं होए, कुड़ियार ते सचियार कदे इकट्ठे नहीं होए। हाँ, जिहड़ा दुष्ट हो गया, जिहड़ा उहदे भाणे तो बाहर हो गया, जिहड़ा जिन्हें रब नूं मन्नण तो इनकार कर दिता, वो फिर अपना जोर दिखाउंदा है, वो अपना बल दिखाउंदा है कि मेरे विच बड़ी पावर है। वो किदे ते दिखाउंदा है? जिहड़े रब दे प्यारे उहदे भाणे विच तुरदे ने, उहदे हुक्म विच तुरदे ने, वो फिर उहदे हुक्म च तुरदे आ। पर जिहड़ा दुष्ट है, पापी है, वो उन्हां उत्ते अपना अत्याचार करके, जुल्म करके उन्होंने दिखाना चाहता है भी असल विच मेरे हथ पावर है। पर वो लख कोशिश कर लैंदा है, जिहड़े उहदे हुक्म विच चलदे ने ना, उन्होंने वो डुला नहीं सकदा। वो थिड़कदे नहीं, उन्हां दे पैर लड़ खड़ाउंदे नहीं, वो तसीहे झलता रहिंदे ने। वो अत दे दुख भी झल लैंदे आ, पर वो लड़ खड़ाउंदे नहीं, क्योंकि वो मालिक उन्हां नूं डोलण ही नहीं दिंदा।
ਅਸੀਂ ਰੋਜ਼ ਅਰਦਾਸ ਵਿੱਚ ਕਿਉਂ ਚੇਤੇ ਕਰਦੇ ਹਾਂ? ਕਿਉਂਕਿ ਉਹ ਨੇ ਜਿਹਦੇ ਭਾਣੇ ਵਿੱਚ ਖਲੋਤੇ ਰਹੇ ਪਰ ਡੋਲੇ ਨਹੀਂ, ਘਬਰਾਏ ਨਹੀਂ, ਭਾਵੇਂ ਆਰਿਆਂ ਦੇ ਦੰਦਿਆਂ ਨੇ ਚੀਰ ਕੇ ਰੱਖਤਾ, ਭਾਵੇਂ ਉਬਲਦੇ ਪਾਣੀ ਨੇ ਉਬਾਲ ਕੇ ਰੱਖ ਦਿੱਤਾ, ਭਾਵੇਂ ਬੱਚਿਆਂ ਦੇ ਟੁਕੜੇ ਟੁਕੜੇ ਵੀ ਕਰ ਦਿੱਤੇ, ਪਰ ਉਹ ਮਾਵਾਂ ਡੋਲੀਆਂ ਨਹੀਂ, ਉਹ ਘਬਰਾਈਆਂ ਨਹੀਂ, ਉਹ ਚਿੰਤਤ ਨਹੀਂ ਹੋਈਆਂ, ਉਹ ਸੋਦਰ ਰਹਿਰਾ ਸਾਹਿਬ ਦਾ ਪਾਠ ਨਹੀਂ ਭੁੱਲ ਗਈਆਂ। ਸਾਨੂੰ ਦਿਨ ਵਿੱਚ ਕਿਤੇ ਕੋਈ ਦੁੱਖ ਹਲੂਣਾ ਆ ਜਾਏ ਤੇ ਸ਼ਾਮ ਨੂੰ ਸਾਡਾ ਨਿਤਨੇਮ ਵਿਸਰ ਜਾਂਦਾ ਹੈ, ਜਾਂ ਕੋਈ ਖੁਸ਼ੀ ਦਾ ਸਮਾਂ ਆ ਜਾਏ ਤਾਂ ਵੀ ਬੰਦਾ ਕਹਿੰਦਾ ਜੀ ਇੰਨੇ ਦਿਨ ਹੋ ਗਏ ਨਿਤਨੇਮ ਨਹੀਂ ਹੋਇਆ, ਕਿਉਂਕਿ ਸਾਡੇ ਘਰ ਆ ਖੁਸ਼ੀ ਦਾ ਮਾਹੌਲ ਬਣਿਆ ਸੀ, ਇੰਨੇ ਦਿਨ ਹੋ ਗਏ ਨਿਤਨੇਮ ਹੋ ਹੀ ਨਹੀਂ ਸਕਿਆ। ਅਸੀਂ ਤੇ ਖੁਸ਼ੀ 'ਚ ਵੀ ਡੋਲਦੇ ਹਾਂ, ਗਮ ਵਿੱਚ ਵੀ ਡੋਲਦੇ ਹਾਂ, ਪਰ ਅਸੀਂ ਉਹਨਾਂ ਨੂੰ ਚੇਤੇ ਕਰਦੇ ਹਾਂ ਜਿਹੜੇ ਉਹਦੇ ਭਾਣੇ ਵਿੱਚ ਅਡੋਲ ਰਹਿ ਕੇ ਖਲੋ ਗਏ ਪਰ ਡੋਲੇ ਨਹੀਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ। ਅਸੀਂ ਉਹਨਾਂ ਨੂੰ ਕਿਉਂ ਯਾਦ ਕਰਦੇ ਹਾਂ? ਕਿਉਂਕਿ ਉਹ ਅਡੋਲ ਰਹੇ, ਉਹ ਡੋਲੇ ਨਹੀਂ, ਉਹਦੇ ਹੁਕਮ ਵਿੱਚ ਅੱਤ ਦੇ ਤਸੀਹੇ ਵੀ ਸਹਿ ਗਏ। ਇਹ ਉਦੋਂ ਵੀ ਚੱਲਦਾ ਆਇਆ, ਪਹਿਰਲਾਦ ਦੇ ਨਾਲ ਕੀ ਕੁਛ ਨਹੀਂ ਕੀਤਾ ਹਰਨਾਕਸ਼ ਨੇ, ਅੱਤ ਦੇ ਤਸੀਹੇ ਵੀ ਦਿੱਤੇ, ਭੁੱਖਾ ਭਾਣਾ ਵੀ ਰੱਖਿਆ, ਇੱਥੋਂ ਤੱਕ ਅੱਗ ਵਿੱਚ ਸਾੜਨ ਦੀ ਕੋਸ਼ਿਸ਼ ਵੀ ਕੀਤੀ, ਫਿਰ ਆਪ ਮਾਰਨ ਵਾਸਤੇ ਵੀ ਤਿਆਰ ਹੋ ਗਿਆ। ਪਰ ਜਦੋਂ ਸਾਰੀਆਂ ਹੱਦਾਂ ਟੁੱਟ ਗਈਆਂ ਫਿਰ ਕੀ ਹੋਇਆ? ਹਰਨਾਕਸ਼ ਦੁਸ਼ਟ ਹਰ ਮਾਰਿਆ, ਪਹਿਰਲਾਦ ਤਰਾਇਆ। ਤੇ ਸੱਚ ਜਾਣਿਓ, ਜਿੰਨੇ ਵੀ ਉਹਦੇ ਹੁਕਮ ਵਿੱਚ ਤੁਰਨ ਵਾਲੇ ਆ, ਜਦੋਂ ਕੋਈ ਦੁਸ਼ਟ ਬਣ ਕੇ ਉਹਨਾਂ ਤੇ ਆਪਣਾ ਕਹਿਰ ਢਾਉਂਦਾ ਹੈ, ਫਿਰ ਇੱਕ ਦਿਨ ਰੱਬ ਦੀ ਮਾਰ ਵੀ ਉਹਨਾਂ ਤੇ ਪੈਂਦੀ ਹੈ। ਜਿੰਨੇ ਵੀ ਅਬਦਾਲੀ ਤੋਂ ਲੈ ਕੇ ਹੁਕਮਰਾਨ ਆਏ ਨੇ, ਆਪਣਾ ਹੁਕਮ ਚਲਾ ਕੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦੇ ਰਹੇ, ਅਕਾਲ ਤਖਤ ਸਾਹਿਬ ਨੂੰ ਢਾਉਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਉਹ ਤਾਂ ਅਡੋਲ ਖਲੋ ਕੇ ਸ਼ਹਾਦਤਾਂ ਦੇ ਜਾਮ ਪੀ ਗਏ। ਪਰ ਜਿਹੜੇ ਜ਼ੁਲਮ ਕਰਨ ਵਾਲੇ ਸਨ ਉਹਨਾਂ ਦਾ ਕੀ ਹਾਲ ਹੋਇਆ ਉਹ ਸਾਰੀ ਦੁਨੀਆ ਜਾਣਦੀ ਹੈ। ਅੱਜ ਚੇਤੇ ਉਹਨਾਂ ਨੂੰ ਕੀਤਾ ਜਾਂਦਾ ਹੈ, ਪ੍ਰਣਾਮ ਸ਼ਹੀਦਾਂ ਨੂੰ ਹੁੰਦਾ ਹੈ, ਸਾਡਾ ਸਿਜਦਾ ਉਹਨਾਂ ਕੁਰਬਾਨੀ ਦੇਣ ਵਾਲਿਆਂ ਨੂੰ ਹੁੰਦਾ ਹੈ। ਪਰ ਜਦੋਂ ਗੱਲ ਦੁਸ਼ਟ ਦੀ ਆਉਂਦੀ ਹੈ ਤੇ ਫਿਰ ਉਸ ਪਾਸੇ ਸਾਡਾ ਰੁਖ ਬਦਲ ਜਾਂਦਾ ਹੈ। ਕਦੇ ਅਬਦਾਲੀ ਚੜ੍ਹ ਕੇ ਆਇਆ ਤੇ ਉਹਦਾ ਕੀ ਹਾਲ ਹੋਇਆ, ਕਦੇ ਮੱਸਾ ਰੰਗੜ ਵਰਗਾ ਜਿਹੜਾ ਆਉਂਦਾ ਹੈ ਤੇ ਉਹਦਾ ਕੀ ਹਾਲ ਹੁੰਦਾ ਹੈ। ਤੇ ਜਿਵੇਂ ਜਿਵੇਂ ਸਮੇਂ ਦੇ ਹੁਕਮਰਾਨ ਆਪਣਾ ਹੁਕਮ ਦਾ ਡੰਕਾ ਵਜਾਉਣ ਦੀ ਕੋਸ਼ਿਸ਼ ਕਰਦੇ ਆ, ਤੇ ਫਿਰ ਉਹ ਜਿੱਦਣ ਰੱਬ ਦੀ ਮਾਰ ਪੈਂਦੀ ਹੈ, ਨਾ ਲੋਕ ਗਇਓ ਪਰਲੋਕ ਗਵਾਇਓ, ਨਾ ਲੋਕ ਦੇ ਰਹੇ ਨਾ ਪਰਲੋਕ ਦੇ। ਕਿਉਂਕਿ ਇਹ ਉਹ ਦਿਨ ਨੇ ਜਦੋਂ ਅਸੀਂ 84 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਚੇਤੇ ਕਰ ਰਹੇ ਹਾਂ, ਜਿਨ੍ਹਾਂ ਨੇ ਮਾਲਕ ਦਾ ਭਾਣਾ ਮੰਨਿਆ ਹੈ, ਉਹਦੇ ਹੁਕਮ ਵਿੱਚ ਰਹਿ ਕੇ ਜੋ ਦੁਸ਼ਟਾਂ ਨੇ ਕਾਰਾ ਕੀਤੇ ਨੇ ਉਹਨੂੰ ਆਪਣੇ ਤੇ ਸਹਿ ਕੇ ਫਿਰ ਵੀ ਉਹ ਅਡੋਲ ਰਹੇ ਆ, ਕਿਉਂਕਿ ਉਹ ਦੀਨ ਦੀ ਖਾਤਰ ਜੂਝੇ ਨੇ, ਉਹ ਕਿਸੇ ਜਰ ਜੋਰੂ ਜ਼ਮੀਨ ਦੀ ਖਾਤਰ ਨਹੀਂ ਜੂਝੇ। ਇਹ ਉਹ ਸੂਰਮੇ ਸਨ ਜਿਹੜੇ ਡਟੇ ਨੇ, ਪਹਿਰਾ ਦੇ ਰਹੇ ਆ। ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾੜੈ ਖੇਤ। ਕਦੇ ਛੋਟੇ ਘੱਲੂਘਾਰੇ ਦੇ ਰੂਪ ਵਿੱਚ ਤਬਾਹੀ ਕਰਨ ਦੀ ਕੋਸ਼ਿਸ਼ ਹੋਈ, ਕਦੇ ਵੱਡੇ ਘੱਲੂਘਾਰੇ ਦੇ ਰੂਪ ਵਿੱਚ ਤਬਾਹੀ ਕਰਨ ਦੀ ਕੋਸ਼ਿਸ਼ ਹੋਈ, ਕਿਉਂਕਿ ਘੱਲੂਘਾਰੇ ਦਾ ਮਤਲਬ ਹੀ ਤਬਾਹੀ ਹੈ। ਤੇ ਕਦੇ ਫਿਰ 84 ਦਾ ਘੱਲੂਘਾਰਾ ਜਿਹੜਾ ਵਰਤਿਆ ਉਹ ਵੀ ਇੱਕ ਤਬਾਹੀ ਦਾ ਮਕਸਦ ਸੀ, ਵੀ ਤਬਾਹ ਕਰਨਾ ਹੈ। ਕਿਉਂਕਿ ਉਹਨਾਂ ਦੀ ਬੋਲੀ, ਸਾਡੀ ਬੋਲੀ ਵਿੱਚ ਘੱਲੂਘਾਰਾ ਹੈ, ਪਰ ਜਿਨ੍ਹਾਂ ਨੇ ਇਹ ਮਿਸ਼ਨ ਬਣਾਇਆ ਉਹਨਾਂ ਦੀ ਬੋਲੀ ਵਿੱਚ ਇਹ ਬਲਿਊ ਸਟਾਰ ਹੈ। ਬਲਿਊ ਦਾ ਮਤਲਬ ਨੀਲਾ, ਸਟਾਰ ਆ ਜਿਹੜੀਆਂ ਸਾਡੀਆਂ ਨੀਲੀਆਂ ਦਸਤਾਰਾਂ, ਇਹ ਜਿਹੜੀਆਂ ਸਾਡੇ ਸਿਰ ਦਾ ਤਾਜ ਨੇ, ਇਹ ਸਾਡੇ ਲਈ ਸਟਾਰ ਨੇ। ਇਹੀ ਤਾਂ ਸਾਨੂੰ ਸਟਾਰ ਬਣਾਉਂਦੀਆਂ ਨੇ। ਜੇ ਸਾਡੇ ਸੀਸ ਤੇ ਦਸਤਾਰਾਂ ਨਹੀਂ ਹੋਣਗੀਆਂ ਤੇ ਅਸੀਂ ਕੋਈ ਸਟਾਰ ਨਹੀਂ ਆ।
ਇਹ ਦੁਨੀਆ ਵਿੱਚ ਫੋਕੇ ਸਤਾਰਾਂ, ਜੇ ਸਾਡੇ ਸੀਸ ਤੇ ਦਸਤਾਰਾਂ ਸਜਦੀਆਂ, ਅਸੀਂ ਉਸ ਮਾਲਕ ਦੇ ਘਰ ਵਿੱਚ ਸਤਾਰਾਂ। ਇਹ ਮਿਸ਼ਨ ਬਣਾਇਆ ਗਿਆ ਬਕਾਇਦਾ। ਹਿਮਾਚਲ ਪ੍ਰਦੇਸ਼ ਵਿੱਚ 17 ਦਿਨ ਟ੍ਰੇਨਿੰਗ ਦਿੱਤੀ ਗਈ। ਜਿਹੜੇ ਬਾਹਰ ਦੇ ਫੌਜੀ ਤਿਆਰ ਕੀਤੇ ਗਏ ਨੇ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਸਤੇ, ਕੇਵਲ ਇੱਕ ਨਹੀਂ ਹੋਰ ਕਈ ਗੁਰੂ ਧਾਮ ਨਿਸ਼ਾਨੇ ਬਣਾਏ ਗਏ ਆ। ਬਕਾਇਦਾ ਉਹਦੀ ਟ੍ਰੇਨਿੰਗ ਮਾਡਲ ਤਿਆਰ ਕਰਕੇ ਸਾਰਾ ਦਿੱਤਾ ਵੀ ਕਿਵੇਂ ਅੰਦਰ ਜਾਣਾ ਹੈ, ਕਿਵੇਂ ਆ ਹੈ, ਕਿਵੇਂ ਪ੍ਰਵੇਸ਼ ਕਰਨਾ, ਕਿਵੇਂ ਇੱਥੇ ਹਮਲਾ ਕਰਨਾ। ਫਿਰ ਸਮੇਂ ਦੀ ਸਰਕਾਰ ਵੱਲੋਂ ਹੁਕਮ ਜਾਰੀ ਹੋ ਜਾਂਦਾ ਹੈ 30 ਤਰੀਕ ਨੂੰ। ਪੰਜਾਬ ਜਿਹੜਾ ਉਹ ਫੌਜੀਆਂ ਦੇ ਹਵਾਲੇ ਕੀਤਾ ਜਾਂਦਾ ਹੈ, ਚਾਰੇ ਪਾਸੇ ਤੋਂ ਘੇਰ ਲਿਆ ਜਾਂਦਾ ਹੈ। 6 ਲੱਖ ਫੌਜੀ ਜਿਹੜੇ ਆ ਉਹ ਪੰਜਾਬ ਦੇ ਵਿੱਚ ਤੈਨਾਤ ਕੀਤੇ ਜਾਂਦੇ ਆ। 1,33,000 ਫੌਜੀ ਉਹ ਨੇ ਜੋ ਵੈਦਿਆ ਦੀ ਕਮਾਂਡ ਹੇਠ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਕੰਪਲੈਕਸ ਨੂੰ ਘੇਰ ਕੇ ਤੇ ਉੱਥੇ ਜੋ ਉਹਨਾਂ ਨੇ ਕਾਰਾ ਵਰਤਾਉਣਾ ਹੈ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਰਾਤ ਵੀ ਜ਼ਿਕਰ ਕੀਤਾ ਸੀ ਕਿ 84 ਦੇ ਵਿੱਚ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ 3 ਤਰੀਕ ਨੂੰ ਸੀ। ਤੇ ਜਿਹੜਾ ਅੱਜ ਆਪਾਂ ਗੁਰੂ ਸਾਹਿਬ ਦੇ ਦਿਹਾੜੇ ਨੂੰ ਮਨਾ ਰਹੇ ਹਾਂ, ਅੱਜ ਵੀ 3 ਤਰੀਕ ਦਾ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਜੋ ਕੱਲ ਨੂੰ ਹੈ। ਫਿਰ ਜਿਹੜੇ ਅੰਦਰ ਗੁਰੂ ਕੇ ਪਿਆਰੇ ਡਟੇ ਨੇ, ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਵਰਗੇ, ਭਾਈ ਠਾਰਾ ਸਿੰਘ ਵਰਗੇ ਔਰ ਜਰਨਲ ਸੁਬੇਗ ਸਿੰਘ ਵਰਗੇ, ਜਿਹੜੇ ਬਾਹਰੀ ਫੌਜ ਦੀ ਕਮਾਂਡ ਨੂੰ ਸੰਭਾਲਦਿਆਂ ਹੋਇਆਂ ਦੁਸ਼ਮਣ ਦੇ ਦੰਦ ਖੱਟੇ ਤੱਕ ਕਰਦੇ ਰਹੇ ਆ, ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਂਦੇ ਰਹੇ ਆ, ਪਰ ਉਹਨਾਂ ਤੇ ਵੀ ਬੇਈਮਾਨੀ ਦੀ ਮੋਹਰ ਲਾ ਦਿੱਤੀ ਗਈ। ਮਨ ਨੂੰ ਬੜਾ ਦੁੱਖ ਪਹੁੰਚਿਆ ਕਿ ਮੈਂ ਫੌਜ ਵਿੱਚ ਭਰਤੀ ਹੋ ਕੇ ਆਪਣਾ ਸਭ ਕੁਝ ਇਹਨਾਂ ਨੂੰ ਸਮਰਪਣ ਕਰਕੇ ਇਮਾਨਦਾਰੀ ਨਾਲ ਡਿਊਟੀ ਨਿਭਾਈ, ਪਰ ਇਹਨਾਂ ਨੇ ਬੇਈਮਾਨੀ ਦਾ ਦਾਗ ਫਿਰ ਲਾ ਦਿੱਤਾ। ਫਿਰ ਉਸ ਫੌਜ ਨੂੰ ਛੱਡ ਕੇ ਅਕਾਲ ਪੁਰਖ ਦੀ ਫੌਜ ਵਿੱਚ ਭਰਤੀ ਹੁੰਦੇ ਆ, ਕਿਉਂਕਿ ਉਹ ਜਿਹੜਾ ਸ਼ਹੀਦਾਂ ਦਾ ਖੂਨ ਸੀ ਨਾ ਅੰਦਰ, ਉਹਨੇ ਤਾਂ ਇੱਕ ਦਿਨ ਉਬਾਲਾ ਮਾਰਨਾ ਹੀ ਸੀ। ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਜੀ ਦਾ ਨਾਮ ਤੁਸੀਂ ਸੁਣਿਆ। ਭਾਈ ਮਹਿਤਾਬ ਸਿੰਘ ਜੀ ਦੀ ਅੰਸ਼ ਵੰਸ਼ ਵਿੱਚੋਂ ਜੀ ਦੇ ਨੇ ਇਹ ਜਰਨਲ ਸੁਬੇਗ ਸਿੰਘ, ਭਾਈ ਰਤਨ ਸਿੰਘ ਭੰਗੂ, ਇਹ ਸਾਰੀ ਵੰਸ਼ ਚਲਦੀ ਆ ਰਹੀ ਹੈ ਭਾਈ ਮਹਿਤਾਬ ਸਿੰਘ ਜੀ ਦੀ। ਤੇ ਸ਼ਹੀਦਾਂ ਦਾ ਜਿਹੜਾ ਅੰਦਰ ਖੂਨ ਸੀ, ਉਹਨੇ ਉਬਾਲਾ ਖਾਦਾ ਵੀ ਮਨਾ ਕਿਹੜੇ ਪਾਸੇ ਤੁਰਿਆ, ਜੇ ਲੋਕ ਪਰਲੋਕ ਸੁਹੇਲਾ ਕਰਨਾ ਤੇ ਇਧਰਲੇ ਪਾਸੇ ਝੁਕ ਜਾ। ਜਦੋਂ ਇੱਕ ਦਿਨ 1 ਤਰੀਕ ਨੂੰ ਫਾਇਰਿੰਗ ਹੁੰਦੀ ਹੈ, ਇਹਨਾਂ ਨੇ ਆਖਿਆ ਸੀ ਵੀ ਕੋਈ ਅੰਦਰੋਂ ਗੋਲੀ ਨਹੀਂ ਚਲਾਏਗਾ, ਕਿਉਂਕਿ ਉਹਨਾਂ ਦੀ ਪਲੈਨਿੰਗ ਹੀ ਇਹ ਸੀ ਵੀ ਇੱਕ ਦਿਨ ਨੂੰ ਥੋੜੀ ਜਿਹੀ ਫਾਇਰਿੰਗ ਕਰਾਂਗੇ, ਸਾਨੂੰ ਪਤਾ ਲੱਗ ਜਾਏਗਾ ਵੀ ਕਿੱਥੇ ਕਿੱਥੇ ਮੋਰਚੇ ਲੱਗੇ ਹੋਏ ਆ, ਤੇ ਜਦੋਂ ਇਹਨਾਂ ਦੇ ਮੋਰਚੇ ਪਤਾ ਲੱਗ ਗਏ, ਅਸੀਂ ਉੱਥੇ ਹੀ ਆਪਣੀਆਂ ਤੋਪਾਂ ਦੇ ਮੂੰਹ ਕਰਕੇ ਤੇ ਗੋਲੇ ਦਾਗ ਦਿਆਂਗੇ ਉਹਨਾਂ ਵੱਲ। ਪਰ ਜਰਨਲ ਸੁਬੇਗ ਸਿੰਘ ਜੀ ਨੇ ਆਖਿਆ ਵੀ ਨਹੀਂ, ਪਹਿਲਾਂ ਉਹਨਾਂ ਨੂੰ ਆਪਣੀ ਕਾਰਵਾਈ ਕਰ ਲੈਣ ਦਿਓ, ਤਾਂ ਕਿ ਉਹਨਾਂ ਨੂੰ ਇਹ ਨਾ ਪਤਾ ਲੱਗ ਸਕੇ ਵੀ ਅੰਦਰ ਮੋਰਚੇ ਕਿੱਥੇ ਕਿੱਥੇ ਲੱਗੇ ਹੋਏ ਆ। ਅੱਜ ਦਾ ਦਿਨ ਵੀ ਇਸੇ ਤਰ੍ਹਾਂ ਲੰਘਣਾ ਹੈ। ਤੇ ਸ਼ਾਮ ਨੂੰ ਜਦੋਂ ਹੋਣੀ ਆ ਨਾ, ਅੱਤ ਦੀ ਆਪਾਂ ਮਹਿਸੂਸ ਕਰ ਰਹੇ ਹਾਂ ਕਿੰਨੀ ਗਰਮੀ ਹੈ। ਤੇ ਜਦੋਂ ਹਜ਼ਾਰਾਂ ਦੀ ਸੰਗਤ ਉੱਥੇ ਪਹੁੰਚੀ ਹੋਈ ਹੈ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋ ਕੇ, ਛੋਟੇ ਜਿਹੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਉਹਨਾਂ ਨੇ ਕਿਸੇ ਦਾ ਕੀ ਵਿਗਾੜਿਆ, ਉਹ ਤਾਂ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਭਾਵਨਾ ਨਾਲ ਮਨਾਉਣ ਆਏ ਆ। ਪਰ ਕਿਸੇ ਨੂੰ ਵੀ ਉੱਥੇ ਨਹੀਂ ਬਖਸ਼ਿਆ ਜਾਣਾ, ਕਿਉਂਕਿ ਸਮੇਂ ਦੇ ਹੁਕਮਰਾਨ ਨੇ ਐਸਾ ਹੁਕਮ ਜਾਰੀ ਕੀਤਾ ਵੀ ਕੋਈ ਨਹੀਂ ਬਖਸ਼ਣਾ, ਭਾਵੇਂ ਬੱਚਾ ਹੋਵੇ ਤੇ ਭਾਵੇਂ ਬਜ਼ੁਰਗ ਹੋਵੇ। ਫਿਰ ਉੱਥੇ ਆਉਣ ਵਾਲੇ ਸਮੇਂ ਵਿੱਚ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਜਾਏਗਾ, ਗਰਮੀ ਫਿਰ ਅੱਤ ਦੀ ਵਧੇਗੀ, ਇੱਥੋਂ ਤੱਕ ਕਿ ਪਾਣੀ ਵੀ ਜਿਹੜਾ ਕਨੈਕਸ਼ਨ ਬੰਦ ਕਰ ਦਿੱਤੇ ਜਾਣਗੇ। ਚਾਰੇ ਪਾਸਿਓਂ ਕਰਫਿਊ ਜਿਹੜਾ ਹੈ ਉਹ ਲਾ ਦਿੱਤਾ ਜਾਏਗਾ ਵੀ ਨਾ ਕੋਈ ਅੰਦਰ ਆ ਸਕੇ ਤੇ ਨਾ ਕੋਈ ਅੰਦਰੋਂ ਬਾਹਰ ਜਾ ਸਕੇ। ਐਸਾ ਮਾਹੌਲ ਇਹਨਾਂ ਦਿਨਾਂ ਦੇ ਵਿੱਚ ਬਣਨਾ ਹੈ, ਜਿਨ੍ਹਾਂ ਨੂੰ ਅਸੀਂ ਪਲ ਪਲ ਚੇਤੇ ਕਰਨਾ ਹੈ, ਕਿਉਂਕਿ ਇਹ ਘੱਲੂਘਾਰਾ
ਨਾ ਭੁੱਲਦਾ ਤੇ ਨਾ ਭੁਲਾਇਆ ਜਾ ਸਕਦਾ ਹੈ। ਅਸੀਂ ਤੇ ਮਾਲਕ ਦੇ ਭਾਣੇ 'ਚ ਹੀ ਤੁਰ ਰਹੇ ਹਾਂ, ਉਹਦੇ ਹੁਕਮ 'ਚ ਹੀ ਚੱਲ ਰਹੇ ਹਾਂ। ਪਰ ਜਿਹੜੇ ਦੁਸ਼ਟ ਲੋਕ ਨੇ ਇਹ ਆਪਣਾ ਜ਼ੋਰ ਸਮੇਂ ਨਾਲ ਦਿਖਾਉਂਦੇ ਆ ਤੇ ਦਿਖਾਉਣਗੇ, ਪਰ ਉਸ ਮਾਲਕ ਦਾ ਜਦੋਂ ਹੁਕਮ ਦਾ ਡੰਡਾ ਵੱਜਦਾ ਨਾ ਫਿਰ ਸਾਰਿਆਂ ਦੇ ਜ਼ੋਰ ਫੇਲ ਪੈ ਜਾਂਦੇ ਆ। ਇੱਥੇ ਤਾਂ ਸਾਨੂੰ ਆ ਕੇ ਇੱਕੋ ਹੀ ਬੇਨਤੀ ਕਰਨੀ ਚਾਹੀਦੀ ਹੈ, ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤਿਵੇਂ ਬਖਸ਼ ਮੇਰੇ ਦਾਤਿਆ। ਜਿਵੇਂ ਤੁਹਾਨੂੰ ਭਾਉਂਦਾ ਤਿਵੇਂ ਬਖਸ਼, ਅਸੀਂ ਤਾਂ ਤੁਹਾਡੇ ਹੁਕਮ ਦੇ ਵਿੱਚ ਹੀ ਤੁਰਨਾ ਹੈ। ਗੁਰੂ ਸਾਹਿਬ ਕਿਰਪਾ ਕਰਨ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆ, ਜਿਨ੍ਹਾਂ ਨੇ ਸਿਮਰਿਆ ਹੈ ਉਹਨਾਂ ਨੇ ਸੁੱਖ ਪਾਇਆ, ਜਿਨ੍ਹਾਂ ਨੇ 8 ਪੈਰ ਗੁਣ ਗਾਏ ਉਹਨਾਂ ਦੇ ਮਨ ਦੇ ਮਨੋਰਥ ਵੀ ਪੂਰੇ ਹੋਏ। ਕਦੇ ਨਾ ਹੋਏ ਦੁਖਾਲਾ ਜੀਓ, ਉਹ ਕਦੇ ਦੁਖੀ ਨਹੀਂ ਹੁੰਦੇ, ਉਹ ਕਦੇ ਚਿੰਤਤ ਪਰੇਸ਼ਾਨ ਨਹੀਂ ਹੁੰਦੇ। ਹਰ ਕਦਮ ਮਾਲਕ ਦੇ ਹੁਕਮ ਵਿੱਚ ਤੁਰਦਿਆਂ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣਾ ਲੈਂਦੇ ਨੇ। ਅਸੀਂ ਵੀ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਇਹ ਤਨ ਮਨ ਧਨ ਉਸ ਮਾਲਕ ਦਾ ਦਿੱਤਾ ਹੋਇਆ ਖਜ਼ਾਨਾ ਹੈ, ਇਹਨੂੰ ਸਮਝ ਕੇ ਨਾਮ ਰੰਗ ਵਿੱਚ ਰੰਗ ਜਾਈਏ, ਬਾਣੇ ਬਾਣੀ ਦੇ ਧਾਰਨੀ ਬਣੀਏ, ਗੁਰੂ ਚਰਨਾਂ ਵਿੱਚ ਜੁੜੀਏ ਤਾਂ ਕਿ ਸਾਡਾ ਜੀਵਨ ਸੁਖਾਲਾ ਸੁਖਦਾਈ ਜੀਵਨ ਅਸੀਂ ਬਤੀਤ ਕਰ ਸਕੀਏ। ਅੱਜ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਬਖਸ਼ ਦੇਣ, ਮੇਰ ਦਾ ਹੱਥ ਰੱਖਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਸਿਮਰ ਸਿਮਰ ਨਾਨਕ ਸੁਖ ਪਾਇਆ, 8 ਪਹਿਰ ਤੇਰੇ ਗੁਣ ਗਾਇਆ। ਸਗਲ ਮਨੋਰਥ ਪੂਰਨ ਹੋਏ, ਕਦੇ ਨਾ ਹੋਏ ਦੁਖਾਲਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ